ਉਹ ਤਿੰਗ ਕਿਤੇ ਮੈਨੂੰ ਬੋਲਣੀ ਨਹੀਂ ਆਉਂਦੀ, ਜਿਤਨਾ ਐਂਕਰ ਕਰਦੇ ਹੁੰਦੇ ਆ। ਪਰ ਇਹ ਵੱਡੀ ਖਬਰ ਹੈ ਇਸ ਵੇਲੇ ਦੀ, ਇਸ ਦਿਨ ਦੀ ਸਭ ਤੋਂ ਵੱਡੀ ਖਬਰ ਆ ਕਿ ਕੱਲ ਨੂੰ ਜਿਹੜਾ ਇਜਲਾਸ ਸੱਦਿਆ ਸੀ ਇਹਨਾਂ ਨੇ ਆਪਣੀ ਤਾਕਤ ਦਾ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਵਾਸਤੇ, ਉਹਨੂੰ ਕਾਂਟਾ ਮਾਰ ਦਿੱਤਾ ਗਿਆ, ਰੱਦ ਕਰ ਦਿੱਤਾ ਗਿਆ। ਤਾਂ ਇਹ ਬੇਹੱਦ ਵੱਡੀ ਖਬਰ ਹੈ ਇਸ ਵੇਲੇ ਦੀ। ਔਰ ਜਦੋਂ ਤੋਂ ਮੈਂ ਸੁਰਤ ਸੰਭਲਿਆ, ਐਸਾ ਪੰਜਾਬ ਦੇ ਵਿੱਚ ਕਦੇ ਨਹੀਂ ਸੀ ਵੇਖਿਆ ਜੀ। ਸ਼ਾਇਦ ਇੱਕ ਵਾਰੀ ਲక్ష్మణ ਸਿੰਘ ਗਿੱਲ ਦੀ ਸਰਕਾਰ ਵੇਲੇ ਹੋਇਆ ਸੀਗਾ, ਤੇ ਇੱਕ ਵਾਰੀ ਜਿਹੜਾ ਆ ਉਹ ਹੋਇਆ ਸੀਗਾ ਗੁਰਨਾਮ ਸਿੰਘ ਦੀ ਸਰਕਾਰ ਵੇਲੇ, ਪਰ ਉਹ ਨੋ ਕੌਨਫੀਡੈਂਸ ਮਤਾ ਸੀਗਾ, ਪ੍ਰਸਤਾਵ ਸੀਗਾ। ਇੱਥੇ ਕੌਨਫੀਡੈਂਸ ਮੋਸ਼ਨ ਆ ਰਿਹਾ ਸੀਗਾ। ਤਾਂ ਇਹਦੇ ਵਿੱਚ ਹੁਣ ਇਹ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖਬਰ ਬਣ ਗਈ ਕਿ ਇਸ ਵੇਲੇ ਆਮ ਆਦਮੀ ਪਾਰਟੀ ਤੇ ਗਵਰਨਰ ਦੋਨਾਂ ਦਾ ਮਸਲਾ ਬਣ ਗਿਆ। ਔਰ ਸਭ ਤੋਂ ਦਿਲਚਸਪ ਗੱਲ ਕਿ ਅਕਾਲੀਆਂ ਤੋਂ ਲੈ ਕੇ ਕਾਂਗਰਸ ਭਾਜਪਾ ਉਹ ਇੱਕ ਲਾਈਨ 'ਚ ਖੜੇ ਨਜ਼ਰ ਆ ਰਹੇ ਆ, ਕਹਿੰਦੇ ਗੁੱਡ ਹੋਇਆ, ਗੁੱਡ ਹੋਇਆ, ਇਹ ਗੁੱਡ ਨਿਊਜ਼ ਆ, ਤਾੜੀਆਂ ਮਾਰੋ। ਤਾਂ ਇਹ ਰਾਜਨੀਤੀ ਦੀ ਇੱਕ ਵੱਖਰੀ ਬਣ ਗਈ ਆ, ਰਾਜਨੀਤੀ ਦੀ ਇੱਕ ਵੱਖਰੀ ਬਣ ਗਈ ਆ ਕਿ ਚਾਲ ਤੇ ਚਾਲ ਇਹ ਬੜੀ ਤੇਜ਼ ਸ਼ਤਰੰਜ ਖੇਡੀ ਜਾ ਰਹੀ ਆ। ਪਰ ਜਿਹਦੇ ਕੋਲ ਜਿੰਨੀਆਂ ਪਾਵਰਾਂ ਨੇ, ਜਿਹਦੇ ਕੋਲ ਜਿੰਨੀਆਂ ਚਲਾਕੀਆਂ ਨੇ, ਇਸਤੇਮਾਲ ਕੀਤੀਆਂ ਜਾ ਰਹੀਆਂ। ਤੋ ਲਿਹਾਜ਼ਾ ਹੁਣ ਦੇਖਣਾ ਹੋਏਗਾ। ਟੈਕਨੀਕਲਿਟੀ ਤਾਂ ਦੇਖੋ ਹੁਣ ਪੜੀ ਨਹੀਂ ਜਾਣੀ ਇਸ ਵੇਲੇ, ਵੱਡੀ ਖਬਰ ਹੈ। ਹੁਣ ਜਿਹੜੀ ਗੱਲ ਹੈ ਕਿ ਜੋ ਦੇਖਣ ਨੂੰ ਮਿਲ ਰਿਹਾ ਕਾਲੀ ਕਾਲੀ ਦੇ ਵਿੱਚ ਜੋ ਜੁਟਾ ਰਿਹਾ ਉਹ ਤੁਹਾਨੂੰ ਦੱਸ ਰਿਹਾ, ਜੋ ਟੈਲੀਵਿਜ਼ਨਾਂ ਤੇ ਚੱਲ ਰਿਹਾ ਉਹ ਦੱਸ ਰਿਹਾ। ਇਹ ਹਾਲ ਦੀ ਘੜੀ ਰਿਐਕਸ਼ਨ ਆ ਰਹੀ ਨੇ ਬੜੀ ਕੁਇਕਲੀ। ਤੇ ਸਭ ਤੋਂ ਵੱਡੀ ਗੱਲ ਹੈ ਕਿ 8:30 ਪੌਣੇ 9 ਯਾਨੀ ਤਕਰੀਬਨ ਟਾਈਮ ਹੋ ਚੁੱਕਾ ਹੈ। ਇੱਕ ਪੀਸੀ ਕਰਨ ਜਾ ਰਹੀ ਆਮ ਆਦਮੀ ਪਾਰਟੀ। ਇੱਕ ਵੱਡੀ ਗੱਲ ਹੈ ਇਹ ਕਿ ਇਸ ਵੇਲੇ ਜਦੋਂ ਖਾਣ ਪੀਣ ਦੇ ਸਮੇਂ ਤੋਂ ਬਾਅਦ, ਖਾਣ ਪੀਣ ਦਾ ਸਮਾਂ ਸਮਝ ਗਏ ਤੁਸੀਂ, ਤੇ ਉਸ ਤੋਂ ਬਾਅਦ ਇਸ ਵੇਲੇ ਤੇ ਆਰਾਮ ਫਰਮਾਉਣ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ 9 ਵਜੇ ਲਗਭਗ। ਤਾਂ ਜੇ ਪੀਸੀ ਹੋ ਰਹੀ ਆ, ਪੀਸੀ ਦੀ ਤਿਆਰੀ ਹੋ ਰਹੀ ਆ, ਸੁਣਨ ਦੇ ਵਿੱਚ ਆ ਰਿਹਾ ਕਿ ਅਮਨ ਅਰੋੜਾ ਪੀਸੀ ਨੂੰ ਸੰਬੋਧਨ ਕਰਨਗੇ, ਤਾਂ ਤੁਸੀਂ ਸੋਚ ਸਕਦੇ ਹੋ ਕਿ ਮਾਮਲਾ ਕਿੰਨਾ ਗੰਭੀਰ ਬਣ ਗਿਆ। ਜਿਵੇਂ ਗਾਣਾ ਸੀ ਨਾ, ਤੇਰੇ ਪਿਆਰ 'ਚ ਹਾਲਾਤ ਸਾਡੇ ਬਣ ਗਏ ਨੇ ਜੰਮੂ ਕਸ਼ਮੀਰ ਵਰਗੇ, ਤੇ ਏਦਾਂ ਹੁਣ ਹਾਲਾਤ ਬੜੇ ਗੰਭੀਰ ਬਣ ਗਏ। ਹਾਂਜੀ ਹਾਂਜੀ ਦੱਸੋ। ਮੈਂ ਕਿਹਾ ਪਿਛਲੇ ਦਿਨੀ ਵੀ ਮਿੰਟੂ ਜੀ ਤੁਸੀਂ ਇਹ ਮਸਲਾ ਬੜੀ ਗੰਭੀਰਤਾ ਨਾਲ ਚੁੱਕਿਆ ਸੀ, ਜਦੋਂ ਉਹਨਾਂ ਨੇ ਕਿਹਾ ਸੀ ਨਾ ਵੀ ਇਹ ਪੰਜਾਬ ਸਰਕਾਰ ਫੇਲ ਹੈ, ਨਾ ਇਹਨਾਂ ਕੋਲੇ ਟਿਕਾਊ ਕੋਈ ਅਫਸਰਸ਼ਾਹੀ ਹੈ, ਨਾ ਇਹ ਮਾਈਨਿੰਗ ਰੋਕ ਸਕਦੇ ਆ, ਨਾ ਇਹ ਨਸ਼ਾ ਰੋਕ ਸਕਦੇ ਆ। ਨਹੀਂ, ਮੈਂ ਤੇ ਇਹ ਗੱਲ, ਤੁਸੀਂ ਮੇਰੇ ਨਾਲ ਕੰਮ ਕਰਕੇ ਗਏ ਹੋ ਇੱਥੇ ਲੰਮੇ ਸਮੇਂ ਤੋਂ, ਮੈਂ ਤੇ ਆਹ ਗੱਲ ਕਹਿ ਦਿੱਤੀ ਸੀ 1 ਸਾਲ ਪਹਿਲਾਂ ਜਦੋਂ ਇਹ ਆਏ ਨੇ ਦੱਖਣ ਚੋਂ, ਇਹ ਲਿਆਂਦੇ ਗਏ ਨੇ। ਜਦੋਂ ਦੱਖਣ ਪਹਿਲਾਂ ਹੁੰਦੇ ਸੀਗੇ ਤਾਮਿਲਨਾਡੂ ਦੇ ਰਾਜਪਾਲ, ਮੈਂ ਤਾਂ ਉਸ ਦਿਨ ਹੀ ਕਹਿ ਦਿੱਤਾ ਸੀਗਾ ਕਿ ਬਨਵਾਰੀ ਲਾਲ ਪੁਰੋਹਿਤ ਨੂੰ ਪੰਜਾਬੀ ਬਹੁਤੇ ਨਹੀਂ ਜਾਣਦੇ, ਜਾਣ ਜਾਓਗੇ। ਬਨਵਾਰੀ ਲਾਲ ਪੁਰੋਹਿਤ ਕੌਣ ਨੇ ਬਹੁਤ ਜਲਦੀ ਤੁਸੀਂ ਜਾਣ ਜਾਓਗੇ। ਤਾਂ ਕੈਂਪੇਨ 'ਚ ਤੁਹਾਨੂੰ ਪਤਾ ਹੀ ਹੈ ਜੀ। ਫਿਰ ਉੱਥੇ ਉਹਨਾਂ ਦੀ ਇੰਟਰੋਡਕਸ਼ਨ ਹੋਈ ਹੈ, ਤਾਂ ਹੁਣ ਖੁੱਲ ਕੇ ਆ ਗਏ ਨੇ ਮੈਦਾਨ 'ਚ। ਔਰ ਇਹ ਡਰਨ ਵਾਲੇ ਨਹੀਂ ਹੈ, ਮੈਂ ਵਾਰ-ਵਾਰ ਕਹੂੰਗਾ ਤੁਹਾਨੂੰ, ਇਹ ਤੁਹਾਨੂੰ ਬਹੁਤ ਮੌਕਿਆਂ ਤੇ ਵਿਖਾਈ ਦੇਣਗੇ ਸਰਕਾਰ ਦੇ ਸਾਹਮਣੇ ਡਟੇ, ਨਹੀਂ ਡਰਨ ਵਾਲੇ। ਇਹ ਬਹੁਤ ਅੜਬ, ਬੜੇ ਹੀ ਵਜਦ ਬੰਦੇ ਜਿਹਨੂੰ ਆਪਾਂ ਕਹਿੰਦੇ ਆ ਰਾਜਨੀਤੀ 'ਚ, ਉਹ ਨਹੀਂ। ਤੇ ਹੁਣ ਤਾਂ ਵੈਸੇ ਵੀ ਇਹ ਸੰਵਿਧਾਨਕ ਕਹਿ ਲਓ ਕਿ ਅਹੁਦੇ ਤੇ ਨੇ, ਸੰਵਿਧਾਨ ਦਾ ਪ੍ਰਤੀਕ ਕਿਹਾ ਜਾਂਦਾ ਹੈ। ਤੋ ਇਸ ਵੇਲੇ ਮੈਂ ਤਾਂ ਹੀ ਸ਼ਬਦ ਇਸਤੇਮਾਲ ਕੀਤਾ ਹੈ ਕਿ ਇਹ ਸਿੱਧੀ ਜੰਗ ਜਿਹੜੀ ਹੈ ਉਹਦਾ ਸਿੱਧਾ ਰੰਗ ਆ ਇਹ ਗਵਰਨਰ ਬਨਾਮ ਆਮ ਆਦਮੀ ਪਾਰਟੀ। ਜਿਵੇਂ ਬੰਗਾਲ ਦੇ ਵਿੱਚ ਵੇਖਿਆ ਸੀਗਾ, ਰਾਜਸਥਾਨ 'ਚ ਵੀ ਹੋਇਆ ਇਸ ਤਰ੍ਹਾਂ। ਫਿਰ ਜੇ ਤੁਸੀਂ ਦੇਖੋਗੇ ਅਗਾੜੀ ਜਿਹੜਾ ਅਲਾਇੰਸ ਸੀਗਾ ਮਹਾਰਾਸ਼ਟਰ ਦੇ ਵਿੱਚ ਵੀ ਹੋਇਆ, ਬਹੁਤ ਥਾਵਾਂ ਤੇ ਕੇਰਲ ਦੇ ਵਿੱਚ ਹੋਇਆ। ਤਾਂ ਪੰਜਾਬ ਬਚਿਆ ਸੀਗਾ। ਸਾਡੇ ਇੱਥੇ ਇੱਕ ਗਵਰਨਰ ਏਦਾਂ ਦੇ ਰਹੇ ਆ ਜਿਹੜੇ ਹਰਿਆਣੇ ਦੇ ਵੀ ਇੱਕੋ ਟਾਈਮ ਗਵਰਨਰ ਸਨ ਤੇ ਪੰਜਾਬ ਦੇ ਵੀ, ਪਰ ਕਦੇ ਆਹ ਕੌਨਫਲਿਕਟ ਨਹੀਂ ਸੀਗਾ ਹੋਇਆ। ਇਹ ਇੱਕ ਨਵਾਂ ਮੁਹਾਜ਼ ਖੁੱਲ ਗਿਆ ਇਸ ਮਾਮਲੇ 'ਚ। ਤੇ ਇਸ ਮੁਹਾਜ਼ ਤੇ ਜਾ ਕੇ ਹੁਣ ਕਿਹੜਾ ਜਿੱਤੇਗਾ ਕਿਹੜਾ ਹਾਰੇਗਾ ਬਈ ਬਹੁਤ ਔਖਾ ਕਹਿਣਾ ਹੈ। ਤਾਂ ਆਮ ਆਦਮੀ ਪਾਰਟੀ ਦੀ ਇਹ ਇੱਕ ਬਹੁਤ ਵੱਡਾ ਮੂਵ ਕਿਹਾ ਜਾ ਸਕਦਾ, ਬਹੁਤ ਵੱਡੀ ਗੇਮ ਸੀਗੀ ਕਿ ਅਸੀਂ ਇੱਥੇ ਆਪਣੇ ਸਦਨ ਦੇ ਵਿੱਚ ਤਾਕਤ ਦਾ ਪ੍ਰਗਟਾਵਾ ਕਰਾਂਗੇ, ਇਹਨਾਂ ਨੂੰ ਅਸੀਂ ਐਕਸਪੋਜ਼ ਕਰਾਂਗੇ। ਸਾਰਾ ਕੁਝ ਤੈਅ ਹੋ ਗਿਆ ਸੀ, ਵਿਪ ਨਿਯੁਕਤ ਕਰ ਦਿੱਤਾ ਗਿਆ ਸੀ ਬੀਬੀ ਬਲਜਿੰਦਰ ਕੌਰ ਜੀ ਨੂੰ, ਪਰ ਐਨ ਮੌਕੇ ਤੇ ਰਾਜਪਾਲ ਨੇ ਕਹਿ ਲੋ ਕਿ ਖੀਰ 'ਚ ਖੇ ਪਾ ਦਿੱਤੀ ਆ। ਰੰਗੀਆਂ ਰੰਗਾਈਆਂ ਰਹਿ ਗਈਆਂ ਤੇਰੀ ਪੱਗ ਨਾਲ ਦੀਆਂ ਚੁੰਨੀਆਂ ਦੇ, ਤੋਂ ਸਾਰਾ ਕੁਝ ਵਿੱਚੇ ਵਿਚਾਲੇ ਰਹਿ ਗਿਆ ਜੀ।
ਵੇਖੋ ਹੁਣ ਅੱਗੇ ਇਸ ਸੰਵਿਧਾਨਕ ਜਿਹੜਾ ਕਨਫਲਿਕਟ ਖੜਾ ਹੋ ਗਿਆ ਦੋਨਾਂ ਧਿਰਾਂ ਦੇ ਵਿਚਾਲੇ, ਇੱਕ ਪਾਸੇ ਪਾਰਟੀ, ਇੱਕ ਪਾਸੇ ਰਾਜਪਾਲ ਹੈ। ਅੱਗੇ ਕੀ ਹੁੰਦਾ, ਪਰ ਬਿਲਕੁਲ ਗੰਭੀਰਤਾ ਨੂੰ ਸਮਝਿਆ ਜਾ ਸਕਦਾ ਹੈ। ਅਗਲੀ ਖਬਰ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਦੀ। MMS ਕਾਂਡ ਦਾ ਮਸਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਜੀ। ਹਾਂਜੀ, ਦੇਖੋ ਹਾਈ ਕੋਰਟ ਦੇ ਵਿੱਚ ਜਾ ਕੇ ਕਿਸੇ ਵਕੀਲ ਸਾਹਿਬ ਵੱਲੋਂ ਮੰਗ ਕੀਤੀ ਗਈ ਹੈ ਜੀ ਕਿ ਇਹ ਇਨਵੈਸਟੀਗੇਸ਼ਨ ਜਿਹੜੀ ਆ ਉਹ CBI ਨੂੰ ਦੇ ਦਿੱਤੀ ਜਾਣੀ ਚਾਹੀਦੀ ਹੈ। ਦੇਖੋ ਇਹਦੇ 'ਚ ਦੋ ਗੱਲਾਂ ਨੇ। ਇੱਕ ਤੇ ਇਹ ਆ ਕਿ ਪੰਜਾਬ ਪੁਲਿਸ ਹਮੇਸ਼ਾ ਇਹੋ ਜਿਹੇ ਮਾਮਲਿਆਂ ਦੇ ਵਿੱਚ ਨਾ ਬੜਾ ਅਨਪ੍ਰੋਫੈਸ਼ਨਲ ਅਪਰੋਚ ਦਿਖਾਉਂਦੀ ਹੈ, ਜਿਹਦੇ ਕਰਕੇ ਕਹਾਣੀ ਵਿਗੜਦੀ ਹੈ। ਜੀ ਔਰ ਦੂਜੀ ਗੱਲ ਇਹ ਆ ਕਿ ਜਿਹੜੇ ਯੂਨੀਵਰਸਿਟੀ ਦੇ ਮਾਲਕ ਨੇ ਉਹਨਾਂ ਦੇ ਸਬੰਧ ਅੱਛੇ ਨੇ, ਜਿਨ੍ਹਾਂ ਦੇ ਕਹਿਣੇ ਤੇ ਅੱਜ ਕੱਲ ਏਜੰਸੀਆਂ ਚੱਲਦੀਆਂ ਨੇ। ਕੌਣ ਨੇ, ਕਹਿਣ ਦੀ ਜ਼ਰੂਰਤ ਨਹੀਂ ਹੈ। ਤਾਂ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਵੇਖਣ ਨੂੰ ਮਿਲਦੀਆਂ, ਪਰ ਦੋਵੇਂ ਚੀਜ਼ਾਂ ਨੇ। ਪੰਜਾਬ ਪੁਲਿਸ ਦੀ ਅਪਰੋਚ ਇਸ ਮਾਮਲੇ ਦੇ ਵਿੱਚ ਬੜੀ ਘਟੀਆ ਰਹੀ ਹੈ। ਪ੍ਰੋਫੈਸ਼ਨਲ ਅਪਰੋਚ ਦਿਖਾਉਣੀ ਹੁੰਦੀ ਹੈ ਤੁਸੀਂ ਇਸ ਮੌਕੇ ਤੇ। ਤੁਹਾਡਾ SSP ਕੁਝ ਕਹਿ ਰਿਹਾ, ਤੁਹਾਡਾ ADGP ਕੁਝ ਕਹਿ ਰਿਹਾ, ਅਦਾਲਤ 'ਚ ਤੁਸੀਂ ਕੁਝ ਕਹਿ ਰਹੇ ਹੋ, ਤੁਹਾਡੀ FIR ਕੁਝ ਕਹਿ ਰਹੀ ਹੈ, ਤਾਂ ਬਹੁਤ ਕੁਝ ਹੈ। ਤਾਂ ਖੈਰ ਹੁਣ ਇਹਦੇ ਤੇ ਸੁਣਵਾਈ ਸਟਾਰਟ ਹੋਏਗੀ, ਪਰ ਇਸ ਮਾਮਲੇ ਦੇ ਵਿੱਚ ਅਪਡੇਸ਼ਨ ਜਿਹੜੀ ਹੈ ਉਹ ਇਹੋ ਆ ਕਿ ਹਾਈ ਕੋਰਟ ਦੀ ਸੁਣਵਾਈ ਤੋਂ ਇਲਾਵਾ ਮੀਡੀਆ ਵੀ ਆ, ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਖਬਰਾਂ ਦਾ ਪੂਰਾ ਅੰਬਾਰ ਲਾ ਦਿੰਦਾ ਜਦੋਂ ਇਸ ਤਰ੍ਹਾਂ ਦਾ ਮਸਲਾ ਹੁੰਦਾ ਹੈ। ਤਾਂ ਇਸ ਅੰਬਾਰ ਦੇ ਦਰਮਿਆਨ ਇਹ ਦਾਅਵੇ ਵੀ ਆ ਰਹੇ ਆ। ਦੇਖੋ ਇਹ ਇਕੱਲੇ ਮੀਡੀਆ ਦੇ ਦਾਅਵੇ, ਅਸੀਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਹੇ ਕਿ ਬਈ ਇਹ ਕੁੜੀ ਪਿਛਲੇ 7 ਕੁ ਦਿਨ ਤੋਂ ਬਣਾ ਰਹੀ ਸੀਗੀ ਵੀਡੀਓਜ਼। ਕੋਈ 12 ਕਹਿੰਦਾ, ਕੋਈ 32 ਕਹਿੰਦਾ। ਇਸ ਤੋਂ ਇਲਾਵਾ ਕੁਝ ਡਿਲੀਟ ਕੀਤੀ ਚੈਟ ਦਾ ਮਸਲਾ ਹੈ ਕਿ ਟੈਕਨੀਕਲੀ, ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਜਿਵੇਂ ਫੋਰੈਂਸਿਕ 'ਚ ਜਾਣੀਆਂ ਨੇ, ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਦੁਬਾਰਾ ਹਾਸਲ ਕਰਨੀਆਂ ਹੁੰਦੀਆਂ, ਤਾਂ ਉਹਦੇ ਵਿੱਚ ਕੁਝ ਅੜੰਗੇ ਵੀ ਆ ਗਏ ਨੇ। ਅੜੰਗੇ ਇਉਂ ਹੈ ਕਿ ਇੰਨੀ ਤੁਹਾਨੂੰ ਪਤਾ ਤਕਨੀਕੀ ਤੌਰ ਤੇ ਸਮਰੱਥ ਨਹੀਂ ਹੈ ਪੰਜਾਬ ਪੁਲਿਸ, ਪਰ ਹੁਣ ਟੈਕਨੋਲੋਜੀ ਦੇ ਪੱਖੋਂ ਥੋੜਾ ਵਿਕਾਸ ਤੇ ਜ਼ਰੂਰ ਹੋਇਆ ਹੈ। ਇਹ ਹੈ ਕਿ ਕੁਝ ਥੋੜੀ ਦਿੱਕਤ ਹੈ ਕੁਝ ਮਾਮਲਿਆਂ ਦੇ ਵਿੱਚ। ਪਰ ਦੂਜੀ ਗੱਲ ਜਿਹੜੀ ਤੁਸੀਂ ਜੇ ਦੇਖੋਗੇ ਤਾਂ SIT ਦੀ ਜਾਂਚ ਦਾ ਟਾਈਮ ਬਾਉਂਡ ਨਹੀਂ ਕੀਤਾ ਇਹਨਾਂ ਨੇ। ਇਹ ਵੀ ਇੱਕ ਪੰਗਾ ਹੈ। ਇਹ SIT ਦੀ ਜਿਹੜੀ ਜਾਂਚ ਹੈ ਉਹ ਕਦੋਂ ਤੱਕ ਪੂਰੀ ਹੋਏਗੀ, ਇਹਨੂੰ ਲੈ ਕੇ ਵੀ ਵੱਡੇ ਸਵਾਲ ਨੇ। ਇਹਨੂੰ ਲੈ ਕੇ ਵੀ ਕਾਫੀ ਵੱਡੇ ਸਵਾਲ ਹੈ ਕਿ ਭਾਈ ਜਦੋਂ ਤੁਸੀਂ ਟਾਈਮ ਬਾਉਂਡ ਨਹੀਂ ਕੀਤਾ, ਕਈ ਵਾਰ ਜਾਂਚ ਤੁਹਾਨੂੰ ਪਤਾ ਹੈ ਬਹੁਤ ਲੰਬੀ ਚਲੀ ਜਾਂਦੀ ਹੈ ਇੱਥੇ। ਤਾਂ ਇਸ ਕਰਕੇ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਕਿ 16 ਤਕਰੀਬਨ ਮੋਬਾਈਲ ਆ ਜਿਨ੍ਹਾਂ ਦੀ ਸਾਰੀ ਹੁਣ ਜਾਂਚ ਪੜਤਾਲ ਜਿਹੜੀ ਹੋਏਗੀ। SIT ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਕੁੜੀ ਕਹਿੰਦੀ ਹੈ ਕਿ ਬਈ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਸੀਗਾ। ਹੁਣ ਪੂਰੇ ਨੈਕਸਸ ਨੂੰ ਸਮਝਣ ਦਾ ਯਤਨ ਕਰ ਰਹੀ ਹੈ ਜਿਹੜੀ ਪੁਲਿਸ ਆ, ਕਿਉਂਕਿ ਉਹਦੇ ਵਿੱਚ ਕਈ ਸਵਾਲ ਆ ਕਿ ਮਸਲਨ ਵੀਡੀਓ ਬਣਾਉਣ ਦਾ ਅਸਲੀ ਮਕਸਦ ਕੀ ਸੀਗਾ। ਜੇ ਪਿਛਲੇ 7 ਦਿਨ ਤੋਂ ਬਣ ਰਹੇ ਸਨ ਵੀਡੀਓ, ਤੇ ਫਿਰ ਉਹ ਸ਼ੂਟ ਕਿਸ ਤਰ੍ਹਾਂ ਕੀਤੇ ਜਾਂਦੇ ਸੀਗੇ, ਕਿਹੜੇ ਤਰੀਕੇ ਨਾਲ। ਫਿਰ ਉਹ ਜਿਹੜਾ ਫੜਿਆ ਸੰਨੀ ਮਹਿਤਾ ਤੇ ਇੱਕ ਦੂਜਾ ਰੰਕਜ, ਇਹ ਸਾਰੇ ਉਸ ਜਿੰਨੇ ਵੀ ਵੀਡੀਓਜ਼ ਸੀਗੇ, ਹਾਲਾਂਕਿ ਉਹਨਾਂ ਦੇ ਘਰਦਿਆਂ ਚੋਂ ਇੱਕ ਦੇ ਤਾਂ ਕਹਿੰਦੇ ਕਿ ਮੁੰਡਾ ਸਾਡਾ ਨਜਾਇਜ਼ ਆ, ਵਿਦੋਸ਼ਾ ਹੈ। ਉਹ ਕਰਦੇ ਕੀ ਸਨ, ਕਿਹੜੇ ਬਿੱਲੇ ਲਾਉਂਦੇ ਸਨ ਵੀਡੀਓਜ਼ ਦਾ, ਕੀ ਉਹਨਾਂ ਦਾ ਕੋਈ ਅੱਗੇ ਇਸਤੇਮਾਲ ਕੀਤਾ ਜਾਂਦਾ ਸੀਗਾ। ਉਹ ਬੜੇ ਵੱਡੇ ਸਵਾਲ ਨੇ। ਕੀ ਉਹ ਕਿਸੇ ਹੋਰ ਨੂੰ ਘੱਲਦੇ ਸੀ? ਫਿਰ ਦੋਸ਼ੀ ਜਿਹੜੇ ਆ ਉਹ ਦਿੱਲੀ, ਗੁਜਰਾਤ, ਮਹਾਰਾਸ਼ਟਰ ਕਿਸ ਦੇ ਨਾਲ ਗੱਲਾਂ ਕਰ ਰਹੇ ਸੀਗੇ। ਤਾਂ ਕਾਫੀ ਕੁਝ ਹੈ। ਕਾਲਾਂ ਤੁਹਾਨੂੰ ਕਢਾਉਣੀਆਂ ਪੈਣਗੀਆਂ, ਡਾਟਾ ਰਿਕਵਰ ਕਰਨਾ ਪਵੇਗਾ। 16 ਦੇ ਕਰੀਬ ਦੱਸਦੇ ਆ ਕਿ ਇਹ ਬੰਦੇ ਜਿਹੜੇ ਜ਼ੱਦ ਚ ਆਏ ਪਏ ਆ। ਤੇ ਫਿਰ ਕੁਝ ਜਿਵੇਂ ਹੋਸਟਲ ਦੇ ਮੈਸ ਦੇ ਵਿੱਚ ਕੰਮ ਕਰਦੇ ਆ, ਕੁਝ ਉਹ ਵੀ ਸ਼ੱਕੀ ਵਿਅਕਤੀ ਪੁੱਛਗਿੱਛ ਵਾਸਤੇ ਹਿਰਾਸਤ ਚ ਲਏ ਜਾ ਸਕਦੇ। ਸੋ ਇਸ ਕਰਕੇ ਜਾਂਚ ਦਾ ਬੇਸ਼ੱਕ ਇੱਕ ਪਾਸੇ ਦਾਇਰਾ ਵੱਧ ਰਿਹਾ, ਕੁਝ ਟੈਕਨੀਕਲੀ ਸਮੱਸਿਆਵਾਂ ਵੀ ਨੇ। ਮੈਂ ਜਿਵੇਂ ਕਿਹਾ ਕਿ ਡਾਟਾ ਬਹੁਤ ਸਾਰਾ ਰਿਕਵਰ ਕਰਨਾ ਹੈ, ਸੀਮਤ ਰਿਮਾਂਡ ਹੁੰਦਾ ਹੈ, ਸਾਰੀਆਂ ਚੀਜ਼ਾਂ ਤੁਸੀਂ ਜਲਦੀ ਮੁਕਾਉਣੀਆਂ ਹੁੰਦੀਆਂ। ਇੱਕ ਪਾਸੇ ਉਹ ਚੈਲੰਜ ਤੇ ਦੂਸਰੇ ਪਾਸੇ CBI ਇਨਵੈਸਟੀਗੇਸ਼ਨ ਦੀ ਵੀ ਮੰਗ ਉੱਠ ਪਈ ਹੈ ਜੀ। ਅਗਲੀ ਖਬਰ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਦਾਦੂਵਾਲ ਦੇ ਬਿਆਨ ਦੀ। ਉਹਨੇ ਹੁਣ ਸੁਖਬੀਰ ਦਾ ਜਵਾਬ ਦਿੱਤਾ ਤੇ ਪ੍ਰਬੰਧਾਂ ਨੂੰ ਲੈ ਕੇ ਵੀ ਰੇੜਕਾ ਜਿਹੜਾ ਉਹ ਖੜਾ ਆਪਾਂ ਦੇਖਦੇ ਹੀ ਹਾਂ। ਹਾਂਜੀ, ਦੇਖੋ ਇਹ ਹੋ ਸਕਦਾ ਹੈ, ਇਹ ਜਿਹੜਾ ਤੁਸੀਂ ਸ਼ਬਦ ਇਸਤੇਮਾਲ ਕਰ ਰਹੇ ਜੇ ਰੇੜਕਾ, ਇਹ ਹੋ ਸਕਦਾ ਹੈ ਵੱਧ ਜਾਵੇ, ਕਿਉਂਕਿ ਜਿਸ ਤਰ੍ਹਾਂ ਦਾ ਹਮਲਾ ਕੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤਾ ਸੀਗਾ ਬਲਜੀਤ ਸਿੰਘ ਜੀ ਦਾਦੂਵਾਲ ਤੇ, ਕਿ ਇਹ ਭਾਜਪਾ ਦਾ ਏਜੰਟ ਆ, ਏਜੰਸੀਆਂ ਦਾ ਮੋਹਰਾ ਹੈ ਵਗੈਰਾ ਵਗੈਰਾ, ਤਾਂ ਉਹਦੇ ਤੇ ਇਹਨਾਂ ਨੇ ਰਿਐਕਟ ਵੀ ਕੀਤਾ। ਕਹਿੰਦਾ ਕਿ ਮੈਂ ਹੁਣ
ਕੀ ਕਮਾ ਬਹੁਤਾ ਸੁਖਵੀਰ ਸਿੰਘ ਬਾਦਲ ਬਾਰੇ ਸਾਰੀ ਦੁਨੀਆ ਜਾਣਦੀ ਹੈ ਕਿ ਕੌਣ ਕਿੰਨੇ ਪਾਣੀ ਚ। ਨਾਲ ਸ਼ਹਿਰੋ ਸ਼ਾਇਰੀ ਤੁਹਾਨੂੰ ਪਤਾ ਹੀ ਹੈ, ਅੱਜ ਕੱਲ ਬਾਬਿਆਂ ਨੇ ਵੀ ਸਿੱਖੀ ਹੋਈ ਹੈ, ਸਿਆਸਤਦਾਨ ਵੀ ਸ਼ਾਇਰੀ ਦੀਆਂ ਕਿਤਾਬਾਂ ਖੂਬ ਪੜ੍ਹਦੇ ਆ। ਤੇ ਇਹਨਾਂ ਵੀ ਇੱਕ ਸ਼ੇਅਰ ਸੁੱਟ ਦਿੱਤਾ ਕਿ ਜਿਨਕੇ ਆਪਣੇ ਖਾਤੇ ਖਰਾਬ ਹੈ ਉਹ ਮੇਰਾ ਹਿਸਾਬ ਮੰਗਤੇ ਹੈ। ਪਤਾ ਨਹੀਂ ਕਿੱਥੋਂ ਲਿਆਂਦਾ ਇਹਨਾਂ ਨੇ ਕੱਢ ਕੇ। ਖੈਰ ਪ੍ਰਚਾਰਕ ਹੁਣ ਅੱਜ ਕੱਲ ਸ਼ਹਿਰੋ ਸ਼ਾਇਰੀ ਚ ਵੀ ਹੱਥ ਅਜ਼ਮਾ ਰਹੇ ਨੇ, ਤੇ ਬਹੁਤ ਖੂਬ ਹੈ। ਸ਼ਾਇਰੀ ਪੜ੍ਹਨੀ ਚਾਹੀਦੀ ਹੈ, ਸ਼ਾਇਰੀ ਸਮਝਣੀ ਚਾਹੀਦੀ ਹੈ। ਤਾਂ ਦੂਸਰੇ ਪਾਸੇ ਮਸਲਾ ਜਿਹੜਾ ਹੈ ਉਹ ਇਹੋ ਆ ਕਿ ਹੁਣ ਇਹ ਇੱਕ ਦੂਜੇ ਨੂੰ ਏਜੰਟ ਤਾਂ ਦੱਸ ਰਹੇ ਆ। ਉਹ ਕਹਿੰਦਾ ਕਿ ਅਸਲੀ ਏਜੰਟ ਕੌਣ ਆ, ਕਿਹੜਾ ਕਿਹਦੇ ਹੱਥਾਂ 'ਚ ਖੇਡਦਾ, ਸਾਰਾ ਕੁਝ ਪਤਾ ਹੈ। ਮੈਂ ਤੇ ਬਈ ਤੁਹਾਡੇ ਰਾਜ ਦੇ ਵਿੱਚ ਜੇਲਾਂ ਕੱਟੀਆਂ, ਮੇਰੇ ਤੇ ਤਾਂ ਮੁਕੱਦਮੇ ਪਾਏ ਤੁਸੀਂ, ਤੇ ਮੈਂ ਹਰਿਆਣਾ ਕਮੇਟੀ ਵਾਸਤੇ ਜਦੋਜਹਿਦ ਕੀਤੀ ਵਗੈਰਾ ਵਗੈਰਾ। ਵੈਸੇ ਸਭ ਨੂੰ ਪਤਾ ਹੈ ਕਿ ਇਹਨਾਂ ਦੀ ਜਰਨੀ ਦਿਲਚਸਪ ਰਹੀ ਹੈ। ਹਰਿਆਣਾ ਕਮੇਟੀ ਦਾ ਪ੍ਰਧਾਨ ਜਿਵੇਂ ਇਹ ਬਣੇ ਨੇ, ਉਹ ਇੱਕ ਜਰਨੀ ਵੈਸੇ ਸਾਰਿਆਂ ਨੂੰ ਨਹੀਂ ਪਤਾ ਹੋਏਗਾ, ਪਰ ਜਿਨ੍ਹਾਂ ਨੂੰ ਪਤਾ ਹੈ ਬੜੀ ਦਿਲਚਸਪ ਜਰਨੀ ਆ ਜੀ। ਪਹਿਲਾਂ ਜੇਲ੍ਹ 'ਚ ਜਾਂਦੇ ਆ 14 ਦੇ ਵਿੱਚ, ਹਾਂਜੀ, ਫਿਰ ਇੱਕ ਚਿੱਠੀ ਬਾਹਰ ਆਉਂਦੀ ਹੈ, ਫਿਰ ਇਹ ਚਿੱਠੀ ਨੂੰ ਰੱਦ ਕਰਦੇ ਆ, ਜ਼ਮਾਨਤਾਂ ਹੋ ਜਾਂਦੀਆਂ, ਫਿਰ ਇਹਨਾਂ ਨੂੰ ਆਪਣੇ ਕੋਟ ਸ਼ਮੀਰ ਲਾਗੇ ਜਿਹੜਾ ਗੁਰੂ ਘਰ ਆ ਉਹਦਾ ਪ੍ਰਬੰਧ ਮਿਲ ਜਾਂਦਾ ਹੈ। ਫਿਰ ਇਹ ਆਪਦਾ ਕੰਮ ਘਰ ਚਲਾਉਂਦੇ, ਸਰਕਾਰ ਬਦਲ ਜਾਂਦੀ ਹੈ। ਫਿਰ ਜਿਸ ਝਿੰਡੇ ਨੇ ਮਤਲਬ ਕਿ ਇਸ ਕਮੇਟੀ ਨੂੰ ਬਣਾਇਆ ਸੀਗਾ, ਜਗਦੀਸ਼ ਸਿੰਘ ਝਿੰਡਾ, ਜਿਹਨੂੰ ਇਹ ਕਹਿੰਦੇ ਸਨ ਕਿ ਸਾਰੀ ਉਮਰ ਇਹ ਹੀ ਰਹਿਣਗੇ, ਤਾਂ ਉਮਰ ਉਹਨਾਂ ਦੀਆਂ ਜੜਾਂ ਖੋਤੀਆਂ ਜਾਂਦੀਆਂ ਨੇ, ਜੋੜ ਤੋੜ ਹੁੰਦੇ ਨੇ। ਮਾਨਯੋਗ ਖੱਟਰ ਜੀ, ਮਾਨਯੋਗ ਸਾਂਪਲਾ ਜੀ, ਮੁਲਾਕਾਤਾਂ ਦੇ ਦੌਰ ਸਟਾਰਟ ਹੁੰਦੇ ਆ, ਭੰਨ ਤੋੜ ਹੁੰਦਾ, ਜੋੜ ਤੋੜ ਹੁੰਦਾ। ਫਿਰ ਇਸ ਤਰ੍ਹਾਂ ਜਰਨੀ ਜਿਹੜੀ ਆ ਪੂਰੀ ਹੁੰਦੀ ਹੈ। ਜਰਨੀ ਆਪਣੇ ਆਪ ਦੇ ਵਿੱਚ ਹਰੇਕ ਜਰਨੀ ਜਿਹੜੀ ਹੁੰਦੀ ਉਹ ਦਿਲਚਸਪ ਰਹਿੰਦੀ ਹੈ। ਬਸ ਉਹਨੂੰ ਸਮਝਣਾ ਤੇ ਉਹਨੂੰ ਥੋੜਾ ਜਿਹਾ ਕੋਖਣਾ ਜ਼ਰੂਰੀ ਹੁੰਦਾ ਹੈ। ਖੈਰ ਦੂਜੇ ਪਾਸੇ ਜਿਹੜੀ ਗੱਲ ਹੈ ਪ੍ਰਬੰਧਾਂ ਦੇ ਰੇੜਕੇ ਦੀ, ਦੇਖੋ ਇਹ ਕਹਿ ਰਹੇ ਨੇ ਮਤਲਬ ਕਿ ਐਸਜੀਪੀਸੀ ਜਾਂ ਅਕਾਲੀ ਦਲ ਬਾਦਲ ਉਹ ਤੇ ਕਦੇ ਵੀ ਨਹੀਂ ਮੰਨਣਗੇ। ਹੁਣ ਵੇਖਣਾ ਇਹ ਹੋਏਗਾ, ਕਿਉਂਕਿ ਇਹ ਕਹਿ ਰਹੇ ਨੇ ਕਿ ਤੁਸੀਂ ਏਦਾਂ ਕਰੋ ਵੀ ਪੁਰਅਮਨ ਸਾਨੂੰ ਲਿਆ ਕੇ ਚਾਬੀਆਂ ਫੜਾ ਦਿਓ। ਇਹ ਜਿਹੜੇ ਹਰਿਆਣੇ ਦੇ ਗੁਰੂ ਘਰ ਹੈ, ਵੇਖੋ 6000 ਕਿੱਲਾ ਜ਼ਮੀਨ ਹੈ ਗੁਰੂ ਘਰਾਂ ਦੀ ਉੱਥੇ। ਤੇ ਦੂਜੀ ਗੱਲ 400 ਕਰੋੜ ਦਾ ਚੜਾਵਾ ਜੇ, 400 ਕਰੋੜ। ਅੱਜ ਕੱਲ ਤੇ ਵੈਸੇ ਅਸੀਂ ਤਕਰੀਬਨ 1.5 ਲੱਖ ਮਿਲੀਅਨ ਡਾਲਰ ਤੇ ਸਮਝਦੇ ਕੁਛ ਨਹੀਂ, ਅਸੀਂ ਵਰਲਡ ਬੈਂਕ ਤੋਂ ਲੈ ਆਉਨੇ ਆ। 150 ਮਿਲੀਅਨ ਡਾਲਰ ਪਤਾ ਨਹੀਂ ਕਿੰਨਾ, ਮੈਨੂੰ ਤੇ ਉਹ ਰਕਮ ਵੀ ਨਹੀਂ ਆਉਂਦੀ ਕਿ ਕਿੰਨਾ ਜ਼ਿਆਦਾ ਅਸੀਂ ਲੈ ਆਉਨੇ ਆ। ਤਾਂ ਖੈਰ 400 ਕਰੋੜ ਜਿਹੜਾ ਉਹ ਵੈਸੇ ਆਮ ਜਿਹਾ ਫਿਗਰ ਲੱਗਦਾ, ਪਰ ਚੜਾਵੇ ਦਾ ਬਹੁਤ ਹੈ। ਸੋ ਇਸ ਕਰਕੇ ਉਹ ਕਹਿੰਦੇ ਆ ਕਿ ਤੁਸੀਂ ਸਾਡੀ ਜਿਵੇਂ ਮੰਨ ਜਾਓ ਨਾ, ਤਾਂ ਉਹ ਕਹਿੰਦੇ ਨੇ ਕਿ ਬਈ ਤੁਸੀਂ ਮੰਨ ਜਾਓ, ਅਸੀਂ ਚਾਹੁੰਦੇ ਕਿ ਪੁਰਅਮਨ ਚਾਬੀਆਂ ਤੁਸੀਂ ਸਾਡੇ ਹਵਾਲੇ ਕਰ ਦਿਓ। ਤੇ ਦੂਸਰੇ ਪਾਸੇ ਇਹ ਜੋ ਹਾਲੇ ਅਕਾਲੀ ਦਲ ਵਾਲੇ ਆ ਜਾਂ ਐਸਜੀਪੀਸੀ ਵਾਲੇ ਸੋਚ ਰਹੇ ਆ ਕਿ ਕੋਈ ਕਾਨੂੰਨੀ ਹੱਲ ਨਿਕਲ ਆਵੇ, ਕੋਈ ਰਸਤਾ ਨਿਕਲ ਆਵੇ। ਸੋ ਇਸ ਕਰਕੇ ਇਹ ਹੁਣ ਵੇਖਣਾ ਹੋਏਗਾ ਕਿ ਕੀ ਚਾਬੀਆਂ ਸੌਂਪੀਆਂ ਜਾਂਦੀਆਂ ਨੇ, ਪ੍ਰਬੰਧ ਸੌਂਪਿਆ ਜਾਂਦਾ ਹੈ, ਕਿਉਂਕਿ ਦਾਦੂਵਾਲ ਸਾਹਿਬ ਤੇ ਗੇੜੇ ਮਾਰਨੇ ਸਟਾਰਟ ਕਰ ਚੁੱਕੇ ਗੁਰੂ ਘਰਾਂ ਦੇ ਉੱਤੇ। ਤੇ ਨਾਲੇ ਉਹ ਜਿਹੜੇ ਐਸਜੀਪੀਸੀ ਦੇ ਕਰਮਚਾਰੀ ਹੈ ਜਿਹੜੇ ਇਸ ਵੇਲੇ ਹਰਿਆਣੇ 'ਚ, ਇੱਕ ਚੀਜ਼ ਨੂੰ ਸਮਝ ਲਿਓ ਤੁਹਾਡੇ ਕੰਮ ਆਏਗੀ ਕਿ ਜਦੋਂ ਸਟੇ ਹੋਇਆ ਸੀ ਸੁਪਰੀਮ ਕੋਰਟ 'ਚ ਮੁਕੱਦਮਾ ਗਿਆ, ਉਦੋਂ ਤੱਕ 4 ਗੁਰੂ ਘਰਾਂ ਦਾ ਪ੍ਰਬੰਧ ਹਰਿਆਣਾ ਕਮੇਟੀ ਕੋਲ ਚੱਲ ਗਿਆ ਸੀ। ਰਹਿ ਗਏ ਸਨ 48 ਜੀ, 48 ਰਹਿ ਗਏ ਸਨ। ਤਾਂ ਉਹ 48 ਗੁਰੂ ਘਰਾਂ ਦੇ ਪ੍ਰਬੰਧ ਦਾ ਹੁਣ ਕੀ ਬਣੇਗਾ, ਉਹ ਇੱਕ ਸਵਾਲ ਆ ਕਿ ਦੋਨੇ ਆਮੋ ਸਾਹਮਣੇ ਹੋ ਜਾਣਗੇ। ਜਦ ਕਿ ਇਹ ਕਹਿੰਦੇ ਕਿ ਉਹਨਾਂ ਗੁਰੂ ਘਰਾਂ 'ਚ ਜਿਹੜੇ ਐਸਜੀਪੀਸੀ ਦੇ ਹੁਣ ਤੱਕ ਦੇ ਕਰਮਚਾਰੀ ਹੈਗੇ ਆ, ਅਸੀਂ ਉਹਨਾਂ ਨੂੰ ਘੱਲਾਂਗੇ ਨਹੀਂ, ਅਸੀਂ ਉਹਨਾਂ ਨੂੰ ਰੱਖਾਂਗੇ। ਹਾਂ, ਜੇ ਉਹ ਪੰਜਾਬ ਜਾਣਾ ਚਾਹੁੰਦੇ ਆ ਫਿਰ ਕੋਈ ਚੱਕਰ ਨਹੀਂ ਹੈ, ਪਰ ਜੇ ਉਹ ਸਾਡੇ ਇੱਥੇ ਜੌਬ ਕਰਨਾ ਚਾਹੁੰਗੇ ਅਸੀਂ ਉਹਨਾਂ ਨੂੰ ਕੱਢਾਂਗੇ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ ਖਾਦਾਂ ਦੀ। ਖਾਦਾਂ ਦੇ ਨਾਲ ਜਿਹੜਾ ਬੇਲੋੜਾ ਸਮਾਨ ਮੜਿਆ ਜਾਂਦਾ ਕਿਸਾਨਾਂ ਨੂੰ, ਇਹਦੇ ਖਿਲਾਫ ਹੁਣ ਖੇਤੀਬਾੜੀ ਵਿਭਾਗ ਸਰਗਰਮ ਹੋਇਆ ਜੀ, ਸਖਤ ਵੀ ਹੋਇਆ। ਹਾਂਜੀ ਚਲੋ ਵਧੀਆ ਗੱਲ ਆ, ਦੇਰ ਆਏ ਦਰੁਸਤ ਆਏ। ਇਸ ਤਰ੍ਹਾਂ ਦੀਆਂ ਬੜੀਆਂ ਚੀਜ਼ਾਂ ਹੁੰਦੀਆਂ ਨੇ। ਇਹ ਵੈਸੇ ਤੇ ਤੁਹਾਨੂੰ ਪਤਾ ਹੀ ਆ, ਖੇਤੀਬਾੜੀ ਜਦੋਂ ਇੱਕ ਬੰਦਾ ਕਰਦਾ ਹੈ ਤਾਂ ਇਹ ਬੜੀਆਂ ਮੁਸ਼ਕਲਾਂ ਹੁੰਦੀਆਂ। ਕਿਸੇ ਖਾਸ ਦੁਕਾਨ ਤੋਂ ਕੋਈ ਸੁਧਾਰ ਚੁੱਕਣਾ, ਉਹ ਨਾਲ ਫਿਰ ਇਹੋ ਜਿਹਾ ਸਮਾਨ ਵੀ ਵੜ ਦਿੰਦੇ ਨੇ। ਪਰ ਹੁਣ ਸ਼ਿਕਾਇਤ ਕਿਹੜਾ ਕਰੇਗਾ, ਮਾਤੜ ਬੰਦੇ ਨੂੰ ਤੇ ਹੀ ਬੜਾ ਹੁੰਦਾ ਕਿ ਖਾਦ ਸਪਰੇ ਟਾਈਮ ਤੇ ਮਿਲ ਜਾਵੇ। ਪਰ ਜੇ ਇਸ ਤਰ੍ਹਾਂ ਦੀ ਇਹ ਰੋਕਥਾਮ ਕਰ ਲੈਂਦੇ ਆ ਜਿਹੜੀ ਕਿ ਬੇਲੋੜੀ ਆ, ਜਿਹੜੀ ਕਿ ਐਕਸਟਰਾ ਜਿੱਦਾਂ ਕਹੋ ਕਿ ਛਿੱਲ ਲਾਉਣ ਵਾਲੀ ਆ, ਇੱਕ ਤਾਂ ਰਕਮ ਨੂੰ ਤੁਸੀਂ ਵਿਆਜ ਪਾਉਣੀ ਹੈ ਜਿੰਨੀ ਵੀ ਬਣੀ, ਤੇ ਉੱਤੋਂ ਇਹ ਚੀਜ਼ਾਂ ਵੀ ਮੜ ਦੇਣੀਆਂ, ਇਹ ਤਾਂ ਬਹੁਤ ਕਹਿ ਲਈਏ ਕਿ ਬਹੁਤ ਮਾੜੀ ਗੱਲ ਆ।
ਤਾਂ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਰੋਕਦੇ। ਇੱਕ ਹੁੰਦਾ ਐਲਾਨ, ਇੱਕ ਹੁੰਦਾ ਤੁਸੀਂ ਮੈਕੈਨਿਜ਼ਮ ਬਣਾਉਂਦੇ ਹੋ, ਤੁਸੀਂ ਉਹਦਾ ਸਾਰਾ ਪ੍ਰਬੰਧ ਕਰਦੇ ਹੋ। ਤਾਂ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਦੇਖੋ ਇਸ ਵੇਲੇ ਪਹਿਲੀ ਗੱਲ ਤੇ ਕਿ ਫਰਟੀਲਾਈਜ਼ਰ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦੀ ਪਾਲਿਸੀ ਲੈ ਕੇ ਆ ਰਹੇ ਆ ਤੇ ਉਹ ਕਾਫੀ ਜ਼ਿਆਦਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੰਗ ਕਰੇਗਾ। ਵੈਸੇ ਮੈਂ ਦੱਸ ਦੇਣਾ ਹੁੰਦਾ ਤੁਹਾਨੂੰ ਸੰਕੇਤਕ ਤੌਰ ਤੇ 6 ਮਹੀਨੇ ਸਾਲ ਬਾਅਦ ਉਹ ਸਾਰੀਆਂ ਚੀਜ਼ਾਂ ਵਾਪਰ ਲੱਗ ਜਾਂਦੀਆਂ। ਤਾਂ ਹੁਣ ਇਹ ਫਰਟੀਲਾਈਜ਼ਰ ਵਾਲਾ ਹੈਗਾ ਮਸਲਾ, ਇਹ ਦੇਖੋ ਕਿਉਂਕਿ ਇਹਨਾਂ ਨੇ ਆਪਣਾ ਹਿੱਸਾ ਵੀ ਜਿਹੜਾ ਹੈ ਉਹ ਬਹੁਤ ਵੱਡਾ ਵੇਚ ਦਿੱਤਾ ਹੈ, ਆਪਦੀ ਹਿੱਸੇਦਾਰੀ ਵੇਚ ਦਿੱਤੀ ਹੈ ਤੇ ਇਹ ਹੌਲੀ ਹੌਲੀ ਘਟਣਗੀਆਂ ਜਿਹੜੀਆਂ ਮਤਲਬ ਕਿ ਸਬਸਿਡੀਆਂ ਸਰਕਾਰ ਇਹਨਾਂ ਚੋਂ ਫਰਕ ਹੋਏਗੀ ਹੌਲੀ ਹੌਲੀ। ਤਾਂ ਇੱਕ ਤੇ ਇਹ ਸਮੱਸਿਆ ਹੈ, ਚਲੋ ਉਹ ਜਦੋਂ ਹੋਏਗੀ ਸੋ ਹੋਏਗੀ। ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਇੱਕ ਤੇ ਹੈ ਕਿ ਜਿਹੜਾ ਫਰਟੀਲਾਈਜ਼ਰ ਦੀ ਕਿੱਲਤ ਆਉਂਦੀ ਹੈ, ਬਲੈਕ ਹੁੰਦੀ ਹੈ, ਉਹ ਰੋਕੋ। ਤੇ ਸੈਕੰਡ ਚੀਜ਼ ਇਹ ਹੈ ਕਿ ਜਿਹੜੀਆਂ ਚੰਗੀਆਂ ਸਪਰੇਵਾਂ ਨੇ ਉਹਨਾਂ ਤੇ ਹੋਣੀ ਚਾਹੀਦੀ ਹੈ। ਮੇਨ ਗੱਲ ਸਪਰੇਹਾਂ ਦੀ ਹੈ। ਸਪਰੇਆਂ ਦੀ ਕਿਹੜਾ ਜਿੱਥੇ ਇੱਕ ਸਪਰੇ ਦੀ ਜ਼ਰੂਰਤ ਉੱਥੇ ਜੇ ਮਾੜੀਆਂ ਸਪਰੇਆਂ ਹੁਣ 4 ਕਰ ਦਿੱਤੀਆਂ ਤੇ ਉਹ ਲੁੱਟ ਤੇ ਇਸ ਲੁੱਟ ਨਾਲ ਕਈ ਗੁਣਾ ਵੱਧ ਜਾਂਦੀ ਹੈ। ਬਿਲਕੁਲ ਵੱਧਦੀ ਹੈ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੇ ਜਿੰਨੇ ਵੀ ਖੇਤੀ ਦੇ ਪ੍ਰੋਡਕਟ ਨੇ, ਚਾਹੇ ਬੀ ਆ, ਚਾਹੇ ਖਾਦ ਆ ਤੇ ਚਾਹੇ ਸਪਰੇ ਆ, ਇਹਨਾਂ ਦੀ ਜਿਹੜੀ ਕੁਆਲਿਟੀ ਆ, ਮਿਆਰ ਆ, ਉਹਦੀ ਚੈਕਿੰਗ ਪ੍ਰੋਪਰ ਹੋਣੀ ਚਾਹੀਦੀ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮਿੰਟੂ ਜੀ ਡਰੱਗ ਦੀ ਵੱਡੀ ਖੇਪ ਦੀ। ਹੁਣ ਮੁੰਬਈ ਬੰਦਰਗਾਹ ਤੋਂ 1725 ਕਰੋੜ ਦੀ ਹੈਰੋਇਨ ਜ਼ਬਤ ਕੀਤੀ ਗਈ ਹੈ ਜੀ। ਦੇਖੋ ਇਹ ਦੱਸਦੇ ਆ ਕਿ ਇੱਕ ਕੰਟੇਨਰ ਚ 22 ਟਨ ਹੈਰੋਇਨ ਤੇ ਕੋਟਡ ਮਲੱਠੀ ਜਿਹੜੀ ਹੈ ਬਰਾਮਦ ਹੋਈ ਹੈ। 22 ਟਨ ਇਹ ਜਿਹੜੀ ਦੇਖ ਲਓ ਕਿ ਕੁਆਂਟੀਟੀ ਲਿਖੀ ਹੋਈ ਹੈ। ਬਹੁਤ ਸਾਰੇ ਨਿਊਜ਼ ਆਊਟਲੈਟ ਇਸ ਨੂੰ ਕਵਰ ਕਰ ਰਹੇ ਆ। ਬਹੁਤ ਵੱਡੀ ਖਬਰ ਹੈ। ਕਹਿੰਦੇ ਆ ਕਿ ਇਹ ਮੁੰਦਰਾ ਪੋਰਟ ਤੋਂ ਜਿਹੜੀ ਰਿਕਵਰੀ ਹੋਈ ਸੀ ਉਸ ਤੋਂ ਬਾਅਦ ਇਹ ਬਹੁਤ ਵੱਡੀ ਰਿਕਵਰੀ ਹੈ ਤੇ ਦਿੱਲੀ ਪੁਲਿਸ ਨੇ ਜਿਹੜੀ ਕੀਤੀ ਹੈ ਹੁਣ ਤੱਕ ਦੀ ਉਹ ਸਭ ਤੋਂ ਵੱਡੀ ਹੈ। ਤੇ ਇਹ ਜਿਹੜੀ ਹੋਈ ਹੈ ਰਿਕਵਰੀ, ਇਹ ਹੋਈ ਹੈ ਮੁੰਬਈ ਦੇ ਨਹਾਵਾ ਸ਼ੇਵਾ ਪੋਰਟ ਤੋਂ। ਇੱਥੇ ਕਹਿ ਲਓ ਕਿ ਕੰਟੇਨਰ ਹੈ ਜਿਹੜਾ ਉਹ ਜ਼ਬਤ ਕੀਤਾ ਗਿਆ ਸੀਗਾ। ਤਾਂ ਇਸ ਤੋਂ ਇਲਾਵਾ ਹੋਰ ਵੀ ਮੇਰੇ ਖਿਆਲ ਦੇ ਨਾਲ ਕੁਝ ਗੋਦਾਮ ਵਗੈਰਾ ਨੇ ਜਿਹੜੇ ਇਹਨਾਂ ਨੇ ਖੰਗਾਲੇ ਆ ਜਾਂ ਖੰਗਾਲ ਰਹੇ ਆ। ਤਾਂ ਸਿੱਧਾ ਹਿਸਾਬ ਹੈ, ਸਪਸ਼ਟ ਗੱਲ ਹੈ, ਤੁਸੀਂ ਦੇਖ ਲਓ ਕਿ ਇਹ ਰੂਟ ਕਿੰਨਾ ਇਸਤੇਮਾਲ ਹੋ ਰਿਹਾ। ਮਤਲਬ ਜਿਹੜਾ ਇਹ ਮਹਾਰਾਸ਼ਟਰ ਤੇ ਗੁਜਰਾਤ ਵਾਲਾ ਜਿਹੜਾ ਤਟੀ ਇਲਾਕਾ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ, ਤਾਂ ਉਸ ਏਰੀਏ ਦੇ ਵਿੱਚੋਂ ਪੋਰਟਾਂ ਦੇ ਰਾਹੀਂ ਕੰਟੇਨਰ ਭਰ ਕੇ ਆ ਰਹੇ ਨੇ ਹੈਰੋਇਨ ਦੇ। ਇਹ ਉਹ ਨੇ ਜਿਹੜੇ ਆ ਰਹੇ ਆ। ਜਿਵੇਂ ਹੁਣ ਤੁਸੀਂ ਦੇਖੋ ਨਾ ਕਿ ਈਰਾਨ ਚੋਂ ਸਮਾਨ ਆ ਗਿਆ ਤਾਂ ਅਫਗਾਨਿਸਤਾਨ ਹੋਇਆ, ਕਿਉਂਕਿ ਪਾਕਿਸਤਾਨ ਦੇ ਨਾਲ ਵਪਾਰ ਬਣਦਾ ਹੈ ਤਾਂ ਇਹ ਈਰਾਨ ਦਾ ਰਸਤਾ ਇਸਤੇਮਾਲ ਕੀਤਾ ਗਿਆ ਜਾਂ ਹੋ ਸਕਦਾ ਅਫਗਾਨਿਸਤਾਨ ਚੋਂ ਸਿੱਧਾ ਆ ਗਿਆ ਹੋਵੇ। ਵੈਸੇ ਜਿੰਨੀ ਕੁ ਮੇਰੀ ਜਾਣਕਾਰੀ ਅਫਗਾਨਿਸਤਾਨ ਦੇ ਨਾਲ ਵੀ ਪਾਣੀ ਦੇ ਰਸਤੇ ਬਹੁਤ ਵਪਾਰ ਘੱਟ ਹੈ। ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਥੋਂ ਹੋ ਰਿਹਾ ਵਪਾਰ ਈਰਾਨ ਤੋਂ ਹੋ ਰਿਹਾ ਜਾਂ ਤਾਂ ਉਹ ਹੈਰੋਇਨ ਚੱਲ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਤੀਸਰੀ ਥਾਂ ਤੇ ਚੌਥੀ ਥਾਂ ਤੇ ਪਹੁੰਚਦੀ ਹੈ। ਮਸਲਨ ਪਹਿਲਾਂ ਕੋਈ ਪਾਕਿਸਤਾਨ ਦਾ ਕਾਰੋਬਾਰੀ ਹੈ, ਉਹਨੇ ਜੁਗਾੜ ਸੈੱਟ ਕੀਤਾ, ਉਹਨੇ ਮੰਗਾਈ, ਫਿਰ ਉਹਨੇ ਕਿਸੇ ਕਾਰੋਬਾਰੀ ਨਾਲ ਸੈਟਿੰਗ ਕੀਤੀ, ਫਿਰ ਇਧਰ ਦੀ ਸ਼ਿਪਿੰਗ ਹੋ ਗਈ। ਤਾਂ ਇਹ ਬੜੇ ਵੱਡੇ ਸਵਾਲ ਨੇ, ਬੜੇ ਵੱਡੇ ਨੈਕਸਸ ਨੇ। ਬਾਹਰ ਬੈਠੇ ਬੰਦੇ ਚਲਾ ਰਹੇ ਆ। ਮੈਂ ਹਮੇਸ਼ਾ ਕਹਿੰਦਾ ਹੁੰਦਾ ਪੁੜੀਆਂ ਵਾਲੇ ਫੜੇ ਜਾਣਗੇ ਜੀ, ਜਿਹੜੇ ਪੁੜੀਆਂ ਚ ਵੇਚਦੇ ਆ 80% 70% ਫੜੇ ਜਾਣਗੇ। ਜਿਹੜੇ ਕਿਲੋਆਂ ਚ ਵੇਚਦੇ ਆ ਉਹ 10-20% ਫੜੇ ਜਾਣਗੇ। ਜਿਹੜੇ ਕੁਆਂਟਲਾਂ ਚ ਵੇਚਦੇ ਆ ਉਹ 1% ਫੜਿਆ ਜਾਂਦਾ ਤੇ ਜਿਹੜੇ ਹਜ਼ਾਰਾਂ ਕੁਆਂਟਲਾਂ ਦੇ ਹਿਸਾਬ ਨਾਲ, ਸੈਂਕੜੇ ਕੁਆਂਟਲਾਂ ਦੇ ਹਿਸਾਬ ਨਾਲ ਵੇਚਦੇ ਉਹ ਕਦੇ ਨਹੀਂ ਫੜੇ ਜਾਂਦੇ ਕਿਉਂਕਿ ਬਾਹਰ ਬੈਠੇ ਹੁੰਦੇ ਆ। ਤਾਂ ਇਹ ਤੁਸੀਂ ਦੇਖ ਲਓ ਕਿ ਛੋਟੀ ਮੱਛੀ ਫੜਦੇ, ਪੂੰਗ ਹੀ ਫੜਿਆ ਜਾਂਦਾ ਜ਼ਿਆਦਾਤਰ। 100 ਚੋਂ 70-80 ਕੇਸ ਇਦਾਂ ਦੇ ਹੁੰਦੇ ਆ। ਤਾਂ ਜਦ ਤੱਕ ਇਹ ਚੀਜ਼, ਇੱਕ ਤਾਂ ਸਪਲਾਈ ਲਾਈਨ ਤੋੜੋ ਬਾਈ। ਇਹ ਰੂਟ ਨੇ ਜਿਹੜੇ, ਇਹ ਰੂਟ ਆ, ਕੁਝ ਰੂਟ ਇਦਾਂ ਦੇ ਨਾਰਥ ਈਸਟ ਵਾਲੇ ਪਾਸਿਓਂ ਆ ਜਾਂਦੇ ਆ ਜਿਹੜਾ ਮਿਆਂਮਾਰ, ਲਾਓਸ, ਕੰਬੋਡੀਆ ਇਸ ਜ਼ਰੀਏ ਆਉਂਦਾ ਹੈ। ਇੱਕ ਰਸਤਾ ਇਹ ਬਣਦਾ ਹੈ ਅਫਗਾਨਿਸਤਾਨ, ਈਰਾਨ, ਪਾਕਿਸਤਾਨ। ਤਾਂ ਇਹਦੀਆਂ ਹੁਣ ਜਿਹੜੇ ਪਾਸੇ ਵੀ ਮਤਲਬ ਕਿ ਗਲੀਆਂ ਹੈਗੀਆਂ ਉਹ ਬੰਦ ਕਰੋ। ਪਰ ਸਭ ਤੋਂ ਵੱਡੀ ਗੱਲ ਹੈ ਕਿ ਜੇ ਉਹ ਵੀ ਬੰਦ ਕਰਦੇ ਤਾਂ ਇੱਥੇ ਵੀ ਬਣਾਈ ਜਾਂਦੇ ਆ। ਹੁਣ ਅੱਗੇ ਤਾਂ ਇਹ ਸੀ ਕਿ ਕਦੇ ਕਦਾਈ ਐਸੀ ਆਪਾਂ ਖੇਪ ਦੇਖਦੇ ਸੀਗੇ। ਹੁਣ ਤੇ ਹਰੇਕ ਹਫ਼ਤੇ ਹੀ ਇਸ ਤਰ੍ਹਾਂ ਦੀ ਵਧਾਈ ਮਿਲ ਜਾਂਦੀ ਆ ਕਿ ਇੱਥੇ ਇੰਨੀ ਵੱਡੀ ਖੇਪ ਫੜੀ ਗਈ, ਇੱਥੇ ਇੰਨੀ ਵੱਡੀ ਖੇਪ ਫੜੀ ਗਈ। ਤੇ ਇਸ ਮਾਲ ਦਾ ਗਾਂ ਕਿੰਨਾ ਬਣਨਾ ਤੇ ਇੱਥੇ ਕਿੰਨਾ ਬਣ ਰਿਹਾ ਫੈਕਟਰੀਆਂ ਦੇ ਵਿੱਚ, ਇਹ ਬਹੁਤ ਵੱਡੀ ਗੱਲ ਹੈ ਜੀ।
ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਜਿੱਥੋਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਤੁਸੀਂ ਕਿਹਾ ਸੀਗਾ ਕਿ ਤੁਹਾਨੂੰ ਉਵੇਂ ਬੋਲਣਾ ਨਹੀਂ ਆਉਂਦਾ ਜਿਵੇਂ ਐਂਕਰ ਬੋਲਦੇ ਆ, ਖਾਸ ਹਾਂਜੀ ਕਰਕੇ ਸਾਡੇ ਚੈਨਲ ਵਾਲੇ। ਐਂਕਰਾਂ ਦੀ ਗੱਲ ਕਰੀਏ ਤੇ ਫਿਰਕੂ ਟਿੱਪਣੀਆਂ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜੀ। ਨਹੀਂ ਨਹੀਂ, ਉਹ ਤੇ ਇੰਨਾ ਬੋਲਦੇ ਨੇ ਕਿ ਕਈ ਵਾਰ ਜਿਹੜਾ ਗੈਸਟ ਸੱਦਿਆ ਜੀ। ਹੁੰਦਾ ਹੈ ਨਾ, ਉਹ 20-25 ਮਿੰਟਾਂ ਬਾਅਦ ਬੋਲਦਾ ਹੈ ਕਿ ਹਾਂਜੀ ਮੈਂ ਬੋਲ ਪਾਵਾਂ। ਬਿਲਕੁਲ ਜੀ। 20-25 ਮਿੰਟ ਬੋਲਣ ਹੀ ਨਹੀਂ ਦਿੰਦੇ, ਉਹ ਤੇ ਇੰਨਾ ਬੋਲਦੇ ਨੇ। ਖੈਰ ਦੇਖੋ, ਇਹ ਸੁਪਰੀਮ ਕੋਰਟ ਦੇ ਵਿੱਚ ਗਿਆ ਮਾਮਲਾ, ਬੜਾ ਅਹਿਮ ਮਾਮਲਾ ਹੈ। ਸੁਪਰੀਮ ਕੋਰਟ ਨੇ ਬਹੁਤ ਵੱਡੀ ਗੱਲ ਕਹੀ ਹੈ। ਤੁਸੀਂ ਉਹ ਜੀ। ਦੇਖਿਆ ਹੀ ਹੈ, ਇੱਥੇ ਪ੍ਰਾਈਮ ਟਾਈਮ ਦੇ ਵਿੱਚ ਸ਼ੋਅ ਰੱਖੇ ਜਾਂਦੇ ਨੇ ਤੇ ਉਹ ਖਾਸ ਤੌਰ ਤੇ ਹਿੰਦੂ ਮੁਸਲਮ ਬਣਾਇਆ ਜਾਂਦਾ ਉਹਨਾਂ ਨੂੰ ਜ਼ਿਆਦਾ ਮੌਕਿਆਂ ਤੇ। ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਨਫ਼ਰਤ ਨੂੰ ਰੋਕਣਾ ਐਂਕਰ ਦੀ ਜ਼ਿੰਮੇਵਾਰੀ ਹੈ। ਪਰ ਜੀ। ਐਂਕਰ ਕੀ ਕਰਦੇ ਆ, 10-10 ਗੈਸਟਾਂ ਨੂੰ ਬੁਲਾ ਕੇ ਉਹ ਆਪ ਹੀ ਇਸ ਰਸਤੇ ਤੇ ਤੁਰ ਪੈਂਦੇ ਆ, ਗੈਸਟਾਂ ਨੂੰ ਤਾਂ ਬੋਲਣ ਨਹੀਂ ਦਿੰਦੇ। ਸਰਕਾਰ ਇਹਦੇ ਤੇ ਚੁੱਪ ਕਰਕੇ ਬੈਠੀ ਰਹਿੰਦੀ ਆ। ਉਹ ਕਹਿੰਦੇ ਕਿ ਚਾਹੇ ਮੀਡੀਆ ਹੋਵੇ ਚਾਹੇ ਸੋਸ਼ਲ ਮੀਡੀਆ ਹੋਵੇ, ਇੱਥੇ ਕੋਈ ਹੱਦ ਬੰਦਾ ਹੀ ਨਹੀਂ ਹੈਗਾ, ਜੋ ਮਰਜ਼ੀ ਬੋਲੀ ਚਲੋ, ਤੁਹਾਨੂੰ ਕੋਈ ਨਹੀਂ ਰੋਕ ਰਿਹਾ। ਤੇ ਕਹਿੰਦੇ ਕਿ ਮੇਨ ਸਟ੍ਰੀਮ ਮੀਡੀਆ ਹੋਵੇ ਜਾਂ ਸੋਸ਼ਲ ਮੀਡੀਆ ਹੋਵੇ, ਚੈਨਲ ਬਿਨਾਂ ਰੈਗੂਲੇਸ਼ਨ ਦੇ ਆ। ਇਹ ਦੇਖਣਾ ਐਂਕਰਸ ਦੀ ਜ਼ਿੰਮੇਵਾਰੀ ਹੈ ਕਿ ਹੇਟ ਸਪੀਚ ਨਾ ਹੋਵੇ। ਪ੍ਰੈਸ ਦਾ ਜੋ ਫਰੀडम ਵਾਲਾ ਮਸਲਾ ਉਹ ਮਹੱਤਵਪੂਰਨ ਹੈ ਤੇ ਉਹਨਾਂ ਨੂੰ ਅਮਰੀਕਾ ਜਿੰਨੀ ਆਜ਼ਾਦੀ ਨਹੀਂ ਹੈ। ਇਸ ਲਈ ਜੇ ਪਤਾ ਹੋਣਾ ਚਾਹੀਦਾ ਹੈ ਕਿ ਬਈ ਤੁਹਾਡੀ ਹੱਦ ਕੀ ਹੈ, ਤੁਹਾਨੂੰ ਆਪ ਹੀ ਇੱਕ ਸੀਮਾ ਰੇਖਾ ਕਹਿ ਲਓ, ਹੱਦ ਕਹਿ ਲਓ ਕਿ ਖਿੱਚਣੀ ਚਾਹੀਦੀ ਹੈ। ਤਾਂ ਵੱਡੀ ਗੱਲ ਕਹੀ ਹੈ ਉਹਨਾਂ ਨੇ। ਤਾਂ ਨਾਲ ਉਹ ਕਹਿੰਦੇ ਆ ਕਿ ਦੇਖੋ ਬੰਦ ਤੇ ਅਸੀਂ ਕਰਾ ਦਿਆਂਗੇ, ਫਿਰ ਕਰਾਉਣਾ ਸਾਨੂੰ ਆਉਂਦਾ ਹੈ, ਠੀਕ ਤੇ ਅਸੀਂ ਕਰ ਦਿਆਂਗੇ, ਤੁਸੀਂ ਸਾਨੂੰ ਏਦਾਂ ਕਰੋ ਨਿਯਮਾਵਲੀ ਬਣਾ ਕੇ ਦਿਓ, ਅਸੀਂ ਇਹਨਾਂ ਨੂੰ ਆਫ ਏਅਰ ਕਿੱਦਾਂ ਕਰਨਾ, ਜੁਰਮਾਨਾ ਕਿੱਦਾਂ ਠੋਕਣਾ, ਉਹ ਅਸੀਂ ਦੇਖਾਂਗੇ। ਫਿਰ ਤੁਹਾਡੇ ਤੋਂ ਸੂਤ ਨਹੀਂ ਆਉਂਦੇ, ਪਰ ਸਾਡੀ ਇੰਨੀ ਘੱਟੋ ਘੱਟ ਮਦਦ। ਹੁਣ ਦੇਖੋ ਸੁਪਰੀਮ ਕੋਰਟ ਕਾਨੂੰਨ ਨਹੀਂ ਬਣਾ ਸਕਦੀ। ਦੇਖੋ ਹੁਣ ਆਪਾਂ ਇੱਕ ਵੱਡੀ ਲੰਮੀ ਚੌੜੀ ਗੱਲਬਾਤ ਕਰਕੇ ਹਟੇ ਆ ਨਾ, ਗਵਰਨਰ ਦਾ ਆਪਣਾ ਅਧਿਕਾਰ ਖੇਤਰ ਹੋ ਗਿਆ, ਸਾਡੇ ਸੀਐਮ ਮਾਨ ਸਾਹਿਬ ਦਾ ਅਧਿਕਾਰ ਖੇਤਰ ਅਲੱਗ ਹੋ ਗਿਆ, ਇਹਨਾਂ ਦੀ ਕੈਬਨਿਟ ਦਾ ਅਲੱਗ ਹੋ ਗਿਆ, ਹਾਈ ਕੋਰਟ ਦਾ ਅਲੱਗ ਹੋ ਗਿਆ। ਆਪਾਂ ਜੇ ਪੰਜਾਬ ਨੂੰ ਇਕਾਈ ਮੰਨੀਏ ਤਾਂ ਇਸ ਕਰਕੇ ਹੁਣ ਦੇਖੋ ਸੁਪਰੀਮ ਕੋਰਟ ਇੰਨਾ ਕੁਝ ਕਰ ਰਹੀ ਹੈ, ਬਥੇਰਾ ਹੈ ਕਿ ਬਈ ਤੁਸੀਂ ਦੇਖੋ ਕਿਸ ਰਸਤੇ ਤੇ ਜਾ ਰਹੇ ਹੋ। ਉਹ ਤੁਹਾਨੂੰ ਸਾਫ਼ ਸ਼ੀਸ਼ਾ ਦਿਖਾ ਰਹੇ ਆ ਕਿ ਬਈ ਘੱਟੋ ਘੱਟ ਤੁਸੀਂ ਇਦਾਂ ਕਰੋ ਕਿ ਕੋਈ ਰੈਗੂਲੇਸ਼ਨ ਬਣਾ ਦਿਓ, ਕੋਈ ਨਿਯਮਾਵਲੀ ਬਣਾ ਦਿਓ ਕਿ ਬਈ ਇਹਦੀ ਵਿਆਖਿਆ ਕੀ ਹੈ, ਹੇਟ ਸਪੀਚ ਦੀ ਵਿਆਖਿਆ ਕੀ ਹੈ। ਇਹ ਥੋੜੀ ਹੈ ਕਿ ਤੁਸੀਂ ਚੱਕ ਕੇ ਤੇ ਇਹ ਇਹਨਾਂ ਦੇ ਐਂਕਰ ਤਾਂ ਹੁਣ ਤਰੀਕਾ ਭੁਗਤਦੇ ਫਿਰਦੇ ਨੇ, ਕਈ ਫੇਕ ਚਲਾ ਦਿੰਦੇ ਨੇ, ਇੰਨੀ ਹੇਟ ਚਲਾਉਂਦੇ ਨੇ ਕਿ ਸੁਣਨ ਵਾਲੇ ਨੂੰ ਨਫ਼ਰਤ ਹੋ ਜਾਂਦੀ ਪੱਤਰਕਾਰਤਾ ਦੇ ਨਾਲ। ਤਾਂ ਬਈ ਤੁਸੀਂ ਵਿਆਖਿਆ ਤੈਅ ਕਰ ਦਿਓ, ਫਿਰ ਸੁਪਰੀਮ ਕੋਰਟ ਦੇਖੇਗਾ। ਤਾਂ ਸੁਪਰੀਮ ਕੋਰਟ ਨੇ ਬਹੁਤ ਕਰਾਰੀ ਚਪੇੜ ਮਾਰੀ ਹੈ, ਉਹ ਵੀ ਮੂੰਹ ਧੁਆ ਕੇ। ਜੀ ਜੀ। ਇਹ ਜਿਹੜਾ ਪ੍ਰਚਲਨ ਆ ਨਾ ਮਿੰਟੂ ਜੀ, 2010-12 ਤੋਂ ਜ਼ਿਆਦਾ ਚੱਲਿਆ, ਕਿਉਂਕਿ ਕੁਝ ਯੂਪੀਏ ਪੱਖਪਾਤੀ ਸੀਗੇ, ਉਹਨਾਂ ਨੇ ਸ਼ੁਰੂਆਤ ਕਰਤੀ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਮੋਦੀ ਸਾਹਿਬ ਆ ਗਏ, ਫਿਰ ਤਾਂ ਮੋਦੀ ਹੈ ਤਾਂ ਮੁਮਕਿਨ ਹੈ ਆਪਾਂ ਦੇਖਿਆ ਟੈਲੀਵਿਜ਼ਨਾਂ ਤੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤਾਂ ਨਹੀਂ, ਇਹਦੇ ਵਿੱਚ ਹੁਣ ਸਰਕਾਰ, ਉਹੀ ਤਾਂ ਗੱਲ ਹੈ ਨਾ ਕਿ ਚੈਨਲਾਂ ਨੂੰ ਕਮਾਈ ਹੋ ਰਹੀ ਹੈ ਤੇ ਚੈਨਲ, ਉਹ ਜਿਹੜੇ ਚੈਨਲ ਨੇ ਉਹ ਸਰਕਾਰ ਦੇ ਮਾਊਥਪੀਸ ਵੀ ਨੇ ਨਾ। ਉਹਨਾਂ ਨੇ ਤਾਂ ਸਰਕਾਰ ਨੂੰ ਪ੍ਰਮੋਟ ਕਰਨਾ ਹੈ, ਉਹਨਾਂ ਨੇ ਤੇ ਸਰਕਾਰ ਨੂੰ ਲਿਸ਼ਕਾਉਣਾ ਹੈ, ਪਿਸ਼ਕਾਉਣਾ ਹੈ। ਤਾਂ ਸਰਕਾਰ ਦੇ ਤਾਂ ਉਹ ਪਾਲਤੂ ਨੇ, ਫਿਰ ਸਰਕਾਰ ਉਹਨਾਂ ਦਾ ਗਲਾ ਕਿਉਂ ਬੰਨੇਗੀ ਪੱਟੇ ਨਾਲ। ਉਹ ਕਹੇਗੀ ਕਿ ਜਾਓ ਗਲੀ ਦੇ ਵਿੱਚ ਬੋਲੋ, ਉੱਚੀ ਉੱਚੀ ਰੌਲਾ ਪਾਓ, ਤੁਸੀਂ ਕੋਈ ਚੱਕਰ ਨਹੀਂ, ਪਰ ਜਦੋਂ ਅਸੀਂ ਤੁਹਾਨੂੰ ਕਰਾਂਗੇ ਨਾ ਆ ਜਾਓ, ਤਾਂ ਉਦੋਂ ਭੱਜੇ ਆਉਣਾ, ਬਸ ਉਦੋਂ ਦੇਰ ਨਹੀਂ ਹੋਣੀ ਮਿੰਟੂ ਜੀ। ਚਾਹੀਦੀ। ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਧੰਨਵਾਦ ਜੀ, ਥੈਂਕ ਯੂ। ਸੋ ਇਹ ਸਨ ਆਪਣੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਐਂਕਰਾਂ ਦੀਆਂ ਫਿਰਕੂ ਟਿੱਪਣੀਆਂ ਦੀ ਗੱਲ ਚੱਲੀ ਸੀ ਅਖੀਰ ਦੇ ਵਿੱਚ। ਇੱਥੇ ਤਾਂ ਇੰਡੀਆ ਦੇ ਵਿੱਚ ਤਾਂ ਇਹੋ ਜਿਹਾ ਹਾਲ ਹੈ ਕਿ ਉੱਥੇ ਸੁਦਰਸ਼ਨ ਟੀਵੀ ਹੈ, ਇੱਕ ਗੂਗਲ ਕਰੋਗੇ ਨਾ ਪਤਾ ਲੱਗ ਜਾਣਾ। ਸੁਦਰਸ਼ਨ ਟੀਵੀ ਦੇ ਜਿਹੜਾ ਮਾਲਕ ਆ, ਉਹ ਹਰਿਆਣੇ ਦੇ ਵਿੱਚ ਖੜ ਕੇ ਤੇ ਹਿੰਦੂ ਰਾਸ਼ਟਰ ਦੀਆਂ ਸਹੁੰਆਂ ਖਵਾਈ ਜਾਂਦਾ। ਇੱਕ ਹੋਰ ਬੀਬੀ ਹੈ ਚੈਨਲ ਵਾਲੀ, ਉਹ ਜਿਹੜੇ ਆ ਮਸਾਲੇ ਬਣਦੇ ਸ਼ਾਇਦ MDH, ਉਹ ਬੀਬੀ ਜਾ ਕੇ ਮਸਾਲਿਆਂ ਤੇ ਪੜੀ ਜਾਵੇ, ਕਹਿੰਦੀ ਹਾਂ ਹਾਂ ਇੱਥੇ ਉਰਦੂ ਕਾਹਤੋਂ ਲਿਖੀ ਹੈ। ਅਨਪੜ੍ਹ ਲੋਕੋ, ਅਕਲ ਦੇ ਦੁਸ਼ਮਣੋ, ਇਹ ਮਸਾਲੇ ਵਰਲਡ ਵਾਈਡ ਜਾਂਦੇ ਆ, ਕਈ ਮੁਲਕਾਂ ਦੇ, ਖਾੜੀ ਦੇ ਮੁਲਕਾਂ ਦੇ ਵਿੱਚ ਵੀ ਜਾਂਦੇ ਆ, ਮਿਡਲ ਈਸਟ ਤੱਕ ਜਾਂਦੇ ਆ। ਤਾਂ ਕਰਕੇ ਇਹਨਾਂ ਤੇ ਉਰਦੂ ਲਿਖੀ ਜਾਂਦੀ ਹੈ ਕਿ ਬੰਦਾ ਪੜ੍ਹਨ ਵਾਲਾ ਜਿਹੜਾ ਹਿੰਦੀ ਨਹੀਂ ਜਾਣਦਾ ਜਾਂ ਹੋਰ ਭਾਸ਼ਾ ਨਹੀਂ ਜਾਣਦਾ, ਉਹ ਇਹਨਾਂ ਨੂੰ ਪੜ੍ਹ ਸਕੇ ਤੇ ਇਹਨਾਂ ਨੂੰ ਖਰੀਦ ਸਕੇ। ਇਹ ਵਪਾਰ ਦੇ ਐਂਗਲ ਤੋਂ ਚੀਜ਼ਾਂ ਦੇਖਣੀਆਂ ਚਾਹੀਦੀਆਂ। ਸੋ ਉਸ ਤੋਂ ਬਾਅਦ ਫਿਰ ਆਪਾਂ ਦੇਖਿਆ ਕਿ ਕਿਵੇਂ ਨੂਪਰ ਸ਼ਰਮਾ ਨੇ ਜਿਹੜੀ ਅੱਗ ਆਪਣੇ ਮੂੰਹ ਦੇ ਵਿੱਚ ਉਗਲੀ ਸੀ, ਤੇ ਉਸ ਤੋਂ ਬਾਅਦ ਫਿਰ ਇੰਡੀਆ ਨੂੰ 20-25 ਮੁਲਕਾਂ ਦੀ ਨਾਰਾਜ਼ਗੀ ਜਿਹੜੀ ਆ ਉਹ ਝੱਲਣੀ ਪਈ ਸੀ।
ਖੈਰ, ਇੱਥੇ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਪਾਰ ਕੁਛ ਹੋਰ ਅਹਿਮ ਖਬਰਾਂ ਤੇ ਆਪਾਂ ਚਰਚਾ ਕਰਾਂਗੇ। ਉਹਨਾਂ ਦੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਇੱਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ ਤੇ ਉਸ ਤੋਂ ਬਾਅਦ ਹੁਣ ਉੱਥੇ ਵੀ ਰੋਸ ਮੁਜ਼ਾਹਰੇ ਜਿਹੜੇ ਆ ਉਹ ਸ਼ੁਰੂ ਹੋ ਗਏ ਤੇ ਨਾਲੋਂ ਨਾਲ ਗੱਲਬਾਤ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਤੇ ਬਾਦਲਾਂ ਦੇ ਲਈ ਜਿਹੜੀ ਚੁਣੌਤੀਆਂ ਦੀ ਪੰਡ ਹੈ, ਉਹ ਭਾਰੀ ਹੋ ਚੁੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਇਸ ਹਿੱਸੇ ਦੇ ਵਿੱਚ ਵਧਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਸ਼ੁਰੂਆਤ ਕਰਾਂਗੇ ਜਲੰਧਰ ਤੋਂ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਇੱਕ ਵਿਦਿਆਰਥੀ ਨੇ ਰਾਤ ਨੂੰ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਕੈਂਪਸ ਦੇ ਵਿੱਚ ਹੋਰ ਵਿਦਿਆਰਥੀਆਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਗਏ। ਪੁਲਿਸ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ। ਜਿਸ ਵਿਦਿਆਰਥੀ ਨੇ ਖੁਦਕੁਸ਼ੀ ਕੀਤੀ ਹੈ ਉਹਦਾ ਨਾਂ ਅਗੁਣ ਦੱਸਿਆ ਗਿਆ। ਇਹ ਕੇਰਲ ਦਾ ਰਹਿਣ ਵਾਲਾ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਬੀ ਡਿਜ਼ਾਈਨ ਦੀ ਪੜ੍ਹਾਈ ਕਰ ਰਿਹਾ ਸੀ। ਮੰਗਲਵਾਰ ਰਾਤ ਨੂੰ ਇਹਨੇ ਖੁਦਕੁਸ਼ੀ ਕੀਤੀ ਹੈ ਤੇ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਹੋਰ ਵਿਦਿਆਰਥੀਆਂ ਨੇ ਕੈਂਪਸ ਦੇ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਸੀ। ਯੂਨੀਵਰਸਿਟੀ ਕੈਂਪਸ ਦੇ ਬਾਹਰ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ। ਫਗਵਾੜਾ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਵਿਦਿਆਰਥੀ ਆਪਣੇ ਨਿੱਜੀ ਮਸਲਿਆਂ ਤੋਂ ਪਰੇਸ਼ਾਨ ਸੀ, ਜਿਵੇਂ ਕਿ ਉਸ ਦੁਆਰਾ ਛੱਡੇ ਗਏ ਇੱਕ ਸੁਸਾਈਡ ਨੋਟ ਦੇ ਵਿੱਚ ਜ਼ਿਕਰ ਹੈ। ਪੁਲਿਸ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਕੈਂਪਸ ਦੇ ਵਿੱਚ ਲੰਘੇ 10 ਦਿਨਾਂ ਦੇ ਵਿੱਚ ਇਹ ਦੂਜੀ ਖੁਦਕੁਸ਼ੀ ਹੈ ਤੇ ਉਹ ਘਟਨਾਵਾਂ ਪਿੱਛੇ ਕਾਰਨ ਜਾਣਨਾ ਚਾਹੁੰਦੇ ਨੇ। ਤੇ ਉਧਰ ਦੂਜੇ ਪਾਸੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਵੱਲੋਂ ਕੀਤੀ ਗਈ ਕਥਿਤ ਖੁਦਕੁਸ਼ੀ ਦੀ ਜਾਂਚ ਦੀ ਮੰਗ ਕੀਤੀ ਹੈ। ਹੁਣ ਪਤਾ ਲੱਗੇ ਕਿ ਇਹਦੇ ਵਾਰਸ ਵੀ ਆ ਚੁੱਕੇ ਨੇ ਤੇ ਉਹਨਾਂ ਨੇ ਵੀ ਇਸ ਸਾਰੇ ਮਸਲੇ ਦੀ ਜਾਂਚ ਦੀ ਮੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਗੱਲ ਹੋਈ ਸੀ, ਪਰ ਉਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਜ਼ਰ ਨਹੀਂ ਸੀ ਆ ਰਹੀ ਜਿਸ ਦੇ ਵਿੱਚ ਉਹਨੇ ਖੁਦਕੁਸ਼ੀ ਕਰਨੀ ਹੋਵੇ। ਖੈਰ, ਆਪਾਂ ਵੱਧਦੇ ਅਗਲੀ ਖਬਰ ਦੇ ਵੱਲ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਨੂੰ ਰਾਜਸੀ ਖੇਤਰ ਦੇ ਨਾਲ-ਨਾਲ ਧਾਰਮਿਕ ਖੇਤਰ ਦੀਆਂ ਚੁਣੌਤੀਆਂ ਨੇ ਵੀ ਘੇਰਾ ਪਾ ਲਿਆ। ਸੁਪਰੀਮ ਕੋਰਟ ਵੱਲੋਂ ਹਰਿਆਣਾ ਦੀ ਵੱਖਰੀ ਸ਼੍ਰੋਮਣੀ ਕਮੇਟੀ ਨੂੰ ਮਾਨਤਾ ਦੇਣ ਦੇ ਨਾਲ ਪਾਰਟੀ ਨੂੰ ਹੀ ਨਹੀਂ ਸਗੋਂ ਪਾਰਟੀ ਦੇ ਸੁਪਰੀਮੋ ਸੁਖਬੀਰ ਬਾਦਲ ਨੂੰ ਵੱਡਾ ਝਟਕਾ ਲੱਗਿਆ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ ਕੀਤਾ ਹੋਇਆ ਤੇ ਇਸ ਮੁੱਦੇ ਤੇ ਪਾਰਟੀ ਪ੍ਰਧਾਨ ਵੱਲੋਂ ਸੀਨੀਅਰ ਆਗੂਆਂ ਦੀ ਮੀਟਿੰਗ ਬੁਲਾਈ ਜਾ ਰਹੀ ਹੈ। ਅਕਾਲੀ ਦਲ ਨੂੰ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵਿੱਚ ਵੀ ਵੱਖਰੀਆਂ ਗੁਰਦੁਆਰਾ ਕਮੇਟੀਆਂ ਦੀ ਮੰਗ ਉੱਠਣ ਦਾ ਪੂਰਾ ਖਦਸ਼ਾ ਹੈ। ਸੁਪਰੀਮ ਕੋਰਟ ਦਾ ਹੁਕਮ ਆਉਣ ਤੋਂ ਬਾਅਦ ਬਾਦਲ ਨੇ ਪਾਰਟੀ ਦੇ ਚੋਣਵੇਂ ਆਗੂਆਂ ਦੇ ਨਾਲ ਹਰਿਆਣਾ ਦੀ ਵੱਖਰੀ ਕਮੇਟੀ ਦੇ ਹੋਣ ਦੇ ਆਉਣ ਦੇ ਨਾਲ ਸ਼੍ਰੋਮਣੀ ਕਮੇਟੀ ਨੂੰ ਵੱਜੀ ਸੱਟ ਦੇ ਨਾਲ ਦਲ ਨੂੰ ਸਿਆਸੀ ਤੌਰ ਤੇ ਖੜੀਆਂ ਹੋਣ ਵਾਲੀਆਂ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ। ਪਾਰਟੀ ਦੇ ਸੀਨੀਅਰ ਆਗੂਆਂ ਦੇ ਇੱਕ ਧੜੇ ਦਾ ਕਹਿਣਾ ਹੈ ਕਿ ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਦੇ ਵਿੱਚ ਸਿਆਸੀ ਪਾਰਟੀਆਂ ਖਾਸ ਕਰਕੇ ਕਾਂਗਰਸ ਅਤੇ ਭਾਜਪਾ ਦੇ ਦਖਲ ਦੇ ਮੁੱਦੇ ਤੇ ਸੰਘਰਸ਼ ਵਿੱਢਿਆ ਜਾ ਸਕਦਾ ਹੈ। ਇਸੇ ਤਰ੍ਹਾਂ ਕੁਝ ਆਗੂਆਂ ਦਾ ਕਹਿਣਾ ਹੈ ਕਿ ਕਾਨੂੰਨੀ ਪੱਖ ਵਿਚਾਰਨ ਤੋਂ ਬਾਅਦ ਹੀ ਅਗਲੀ ਰਣਨੀਤੀ ਉਲੀਕੀ ਜਾਵੇ। ਸ਼੍ਰੋਮਣੀ ਅਕਾਲੀ ਦਲ ਨੂੰ ਲੰਘੇ ਮਹੀਨਿਆਂ ਦੇ ਦੌਰਾਨ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਵਿਰੋਧੀ ਧੜੇ ਦਾ ਕਬਜ਼ਾ ਹੋਣ ਤੋਂ ਬਾਅਦ ਕੌਮੀ ਰਾਜਧਾਨੀ ਦੇ ਵਿੱਚ ਵੱਡੀ ਸੱਟ ਵੱਜੀ ਸੀ। ਤਾਜ਼ਾ ਹਾਲਾਤ ਦੇਖੇ ਜਾਣ ਤਾਂ ਅਕਾਲੀ ਦਲ ਦੇ ਹਰਿਆਣਾ ਵਿਚਲੇ ਆਧਾਰ ਨੂੰ ਵੀ ਖੋਰਾ ਲੱਗਣਾ ਸੰਭਵ ਹੈ। ਪੰਜਾਬ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਸਰਕਾਰ ਸੀ ਤਾਂ 2014 ਦੇ ਵਿੱਚ ਹਰਿਆਣਾ ਦੀ ਤਤਕਾਲੀ ਕਾਂਗਰਸ ਸਰਕਾਰ ਨੇ ਵੱਖਰੀ HGPC ਦਾ ਗਠਨ ਕਰ ਦਿੱਤਾ ਸੀ। ਇਸ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਦਾ ਐਲਾਨ ਕੀਤਾ ਸੀ, ਪਰ ਭਾਜਪਾ ਦੇ ਦਖਲ ਤੋਂ ਬਾਅਦ ਕਾਨੂੰਨੀ ਕਾਰਵਾਈ ਨੂੰ ਤਰਜੀਹ ਦਿੱਤੀ ਗਈ। ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਹਰਿਆਣਾ ਦੇ ਵਿੱਚ ਭਾਜਪਾ ਸਰਕਾਰ ਦੇ ਗਠਨ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਆਗੂਆਂ ਨੇ ਹਰਿਆਣਾ ਕਮੇਟੀ ਦਾ ਵਿਵਾਦ ਖਤਮ ਕਰਕੇ ਸ਼੍ਰੋਮਣੀ ਕਮੇਟੀ ਨੂੰ ਮਾਨਤਾ ਦੇਣ ਦੀ ਮੰਗ ਕੀਤੀ ਸੀ, ਜੋ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨਜ਼ਰਅੰਦਾਜ਼ ਕਰ ਗਈ ਸੀ। ਬਾਦਲ ਪਰਿਵਾਰ ਤੇ ਇਹ ਵੀ ਦੋਸ਼ ਲੱਗਦੇ ਰਹੇ ਨੇ ਕਿ ਪਾਰਟੀ ਪੰਜਾਬ ਜਾਂ ਪੰਥਕ ਮੁੱਦਿਆਂ ਦਾ ਹੱਲ ਕਰਵਾਉਣ ਦੇ ਲਈ ਕੇਂਦਰ ਸਰਕਾਰ ਤੇ ਦਬਾਅ ਪਾਉਣ ਦੀ ਥਾਂ ਤੇ ਬਾਦਲ ਪਰਿਵਾਰ ਨੇ ਹਰਸਿਮਰਤ ਕੌਰ ਬਾਦਲ ਨੂੰ ਵਜ਼ੀਰੀਆਂ ਦਿਵਾਉਣ ਨੂੰ ਤਰਜੀਹ ਦਿੱਤੀ। ਪੰਜਾਬ ਦੇ ਵਿੱਚ ਸੱਤਾ ਦੀ ਤਬਦੀਲੀ ਨੇ ਵੀ ਅਕਾਲੀ ਦਲ ਦੇ ਲਈ ਸਿਆਸੀ ਖੇਤਰ ਦੇ ਨਾਲ-ਨਾਲ ਧਾਰਮਿਕ ਖੇਤਰ ਦੇ ਵਿੱਚ ਮੁਸੀਬਤਾਂ ਖੜੀਆਂ ਕੀਤੀਆਂ ਨੇ। ਸੂਬੇ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਦੀ ਵੱਖਰੀ ਕਮੇਟੀ ਦੇ ਵਿਰੋਧ ਦਾ ਫੈਸਲਾ ਲਿਆ ਗਿਆ ਸੀ, ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਮਾਮਲੇ ਨੂੰ ਪੁੱਠਾ ਗੇੜਾ ਦੇ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਲਈ ਸਾਲ 2017 ਦੇ ਵਿੱਚ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਲਗਾਤਾਰ ਚੁਣੌਤੀਆਂ ਵਧਦੀਆਂ ਜਾ ਰਹੀਆਂ ਨੇ। ਇਸ ਵਾਰ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਮਹਿਜ਼ 3 ਰਹਿ ਗਈ ਹੈ ਅਤੇ ਵੋਟ ਬੈਂਕ ਨੂੰ ਵੱਡਾ ਖੋਰਾ ਲੱਗਿਆ। ਇਸੇ ਤਰ੍ਹਾਂ ਵਿਰੋਧੀ ਪਾਰਟੀਆਂ ਵੱਲੋਂ ਕੇਂਦਰ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਲਈ ਦਬਾਅ ਪਾਇਆ ਜਾ ਰਿਹਾ ਹੈ। ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਕਈ ਲੋਕਾਂ ਨੇ ਜਿਹੜੇ ਬਾਦਲ ਪਰਿਵਾਰ ਦੀਆਂ ਕਾਰਵਾਈਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੰਦਾ ਚੰਗਾ ਬੋਲਦੇ ਆ, ਉਹ ਅਕਾਲੀ ਦਲ ਦਾ ਇਤਿਹਾਸ ਜ਼ਰੂਰ ਪੜ੍ਹਨ। ਅਕਾਲੀ ਦਲ ਦਾ ਆਜ਼ਾਦੀ ਤੋਂ ਪਹਿਲਾਂ ਦਾ ਤੇ ਅਕਾਲੀ ਦਲ ਦਾ ਆਜ਼ਾਦੀ ਤੋਂ ਬਾਅਦ ਦਾ ਪੰਜਾਬੀ ਸੂਬੇ ਦੇ ਲਈ ਮੋਰਚਾ, ਪਾਣੀਆਂ ਦੇ ਲਈ ਮੋਰਚਾ, ਧਰਮ ਯੁੱਧ ਮੋਰਚਾ,
ਬਹੁਤ ਅਕਾਲੀ ਦਲ ਨੇ ਬਹੁਤ ਇੱਥੋਂ ਤੱਕ ਕਿ ਐਮਰਜੈਂਸੀ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਸੀ, ਇੰਦਰਾ ਦੀ ਜਿਹੜੀ ਐਮਰਜੈਂਸੀ ਸੀ। ਪਰ ਇੱਕ ਸ਼ਾਨਾਮਾਤਾ ਇਤਿਹਾਸ ਹੈ। ਪਰ ਉਸ ਤੋਂ ਬਾਅਦ ਅਕਾਲੀ ਦਲ ਦੇ ਪੈਂਤੜੇ ਕਿਵੇਂ ਬਦਲੇ, ਅਕਾਲੀ ਦਲ ਬਾਦਲ ਦੇ ਪੈਂਤੜੇ, ਨਾ ਕਿ ਸ਼੍ਰੋਮਣੀ ਅਕਾਲੀ ਦਲ ਦੇ, ਅਕਾਲੀ ਦਲ ਬਾਦਲ ਨੇ ਪੈਂਤੜੇ ਕਿਵੇਂ ਬਦਲੇ। 97 ਦੇ ਵਿੱਚ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਨਿਆਂ ਦਿਵਾਉਣ ਤੋਂ ਭੱਜਿਆ। ਉਸ ਤੋਂ ਬਾਅਦ ਜਦੋਂ ਇਹਨੂੰ ਭਾਈ ਵਡਾਲਾ ਜੀ ਮਿਲੇ, ਇਹ ਗੱਲਾਂ ਔਨ ਦੀ ਰਿਕਾਰਡ ਨੇ, ਭਾਈ ਵਡਾਲਾ ਜੀ ਜਦੋਂ ਮਿਲੇ ਤੇ ਉਹ ਪਹਿਲੀ ਗੱਲ ਤਾਂ ਬਾਦਲ ਸਾਹਿਬ ਉਹਨਾਂ ਨੂੰ ਮਿਲੇ ਨਹੀਂ। ਜਦੋਂ ਉਹਨਾਂ ਨੂੰ ਮਿਲੇ, ਸ਼ਾਮ ਨੂੰ ਮਿਲੇ, ਭਾਈ ਵਡਾਲਾ ਜੀ ਬੜੀ ਸਤਿਕਾਰਯੋਗ ਸ਼ਖਸੀਅਤ ਸਨ ਤੇ ਉਹਨਾਂ ਨੇ ਦੋ ਮਸਲੇ ਰੱਖੇ ਕਿ ਬਾਦਲ ਸਾਹਿਬ, ਇੱਕ ਤਾਂ ਜਿਹੜਾ ਇਹ ਮੁੰਡਿਆਂ ਦੇ ਜਾਲੀ ਪੁਲਿਸ ਮੁਕਾਬਲੇ ਹੋਏ ਆ, ਤੇ ਦੂਜਾ ਹੁਣ ਆਪਾਂ ਇਕੱਠੇ ਹੋ ਕੇ ਪੰਥ ਨੂੰ ਖੜਾ ਕਰੀਏ, ਕਿਉਂਕਿ ਪੰਥ ਨੂੰ ਢਾਹ ਬਹੁਤ ਲਾਈ ਗਈ ਹੈ ਜ਼ਾਲਮ ਸਰਕਾਰਾਂ ਨੇ। ਤੇ ਬਾਦਲ ਸਾਹਿਬ ਦਾ ਉਹਨੂੰ ਇਹ ਜਵਾਬ ਸੀਗਾ ਕਿ ਅੱਜ ਤੋਂ ਬਾਅਦ ਮੇਰੇ ਨਾਲ ਇਹਨਾਂ ਦੋਨਾਂ ਮਸਲਿਆਂ ਤੇ ਗੱਲ ਨਹੀਂ ਕਰਨੀ। ਜੇ ਕੋਈ ਮੁੰਡਾ ਲਵਾਉਣਾ ਨੌਕਰੀ ਤੇ, ਜਾਂ ਕੋਈ ਹੋਰ ਕੰਮ ਕਰਾਉਣਾ, ਪਿੰਡ ਦਾ ਕਰਾਉਣਾ, ਜ਼ਿਲ੍ਹੇ ਦਾ ਕਰਾਉਣਾ, ਤਾਂ ਉਹ ਜ਼ਰੂਰ ਗੱਲ ਮੇਰੇ ਨਾਲ ਤੂੰ ਕਰ ਸਕਦਾ। ਇਹ ਭਾਈ ਕੁੱਕੀ ਨੇ ਜਿਹੜੇ ਨੇ ਉਹਨਾਂ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਇਸ ਗੱਲ ਦੇ ਜਿਹੜੇ ਆ ਉਹ ਖੁਲਾਸੇ ਕੀਤੇ ਸੀ ਕਿ ਬਾਦਲ ਸਾਹਿਬ ਨੇ ਉਦੋਂ ਭਾਈ ਵਡਾਲਾ ਨੂੰ ਆਹ ਜਵਾਬ ਜਿਹੜਾ ਦਿੱਤਾ ਸੀ। ਤੇ ਉਸ ਤੋਂ ਬਾਅਦ ਫਿਰ ਆਪਾਂ ਦੇਖਿਆ, ਇੱਕ ਪਾਸੇ ਤਖਤੀਆਂ ਚੱਕੀਆਂ ਹੋਈਆਂ ਬੇਸ਼ਰਮੀ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਤੇ ਦੂਜੇ ਪਾਸੇ ਮੁਲਤਾਨੀ ਪਰਿਵਾਰ, ਪ੍ਰੋਫੈਸਰ ਭੁੱਲਰ ਦੇ ਪਰਿਵਾਰ ਤੇ ਤਸ਼ੱਦਦ ਢਾਉਣ ਵਾਲੇ ਸਮੇਤ ਸੈਣੀ ਨੂੰ ਲਾਤਾ ਡੀਜੀਪੀ। ਇਜ਼ਹਾਰ ਆਲਮ ਕੌਣ ਹੈ, ਉਮਰਾ ਨੰਗਲ ਕੌਣ ਹੈ, ਇਹ ਦੱਸਣ ਦੀ ਲੋੜ ਥੋੜ੍ਹਾ ਅੱਜ ਕਿਸੇ ਨੂੰ। ਬਾਈਬਲ ਕਲਾਂ ਗੋਲੀ ਕਾਂਡ ਕਿਵੇਂ ਵਾਪਰਿਆ, ਡੇਰੇ ਨਾਲ ਯਾਰੀਆਂ, 90 ਲੱਖ ਰੁਪਈਆ ਮਾਫੀ ਤੇ ਮਾਫੀ ਦਵਾਈ ਕਿਨੇ, ਮੁੰਬਈ ਦੇ ਵਿੱਚ ਕਿੱਥੇ ਮੀਟਿੰਗ ਹੋਈ ਸੀ। ਸੋ ਇਹ ਸਾਰੀਆਂ ਗੱਲਾਂ ਨੇ। ਇੱਕ ਗੱਲ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਵਕਾਰ ਨਹੀਂ ਡਾਊਨ ਹੋਇਆ, ਸ਼੍ਰੋਮਣੀ ਅਕਾਲੀ ਦਲ ਬਾਦਲ ਦਾ। ਤਾਂ ਇਹ ਸਾਰੇ ਕਾਰਨ ਬਣੇ ਨੇ। ਇਹਨਾਂ ਨੇ ਆਪਦੇ ਹੱਥੀਂ ਦਿੱਤੀਆਂ ਜਿਹੜੀਆਂ ਗੰਢਾਂ ਨੇ ਅੱਜ ਮੂੰਹ ਨਾਲ ਖੋਲ੍ਹਣੀਆਂ ਪੈ ਰਹੀਆਂ ਨੇ। ਔਰ ਜੇ ਇਹ ਤਾਂ ਪੰਥਕ ਨੁਕਸਾਨ ਹੈ, ਜਿਹੜਾ ਸਿੱਖੀ ਦਾ ਨੁਕਸਾਨ ਹੈ। ਜੇਕਰ ਦੂਜੇ ਪਾਸੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ, ਜਿਵੇਂ ਅਸੀਂ ਅਕਸਰ ਹੀ ਜ਼ਿਕਰ ਕਰਦੇ ਹੁੰਦੇ ਹਾਂ ਕਿ ਜਦੋਂ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਦੋਂ ਕਰਜ਼ਾ ਪੰਜਾਬ ਦੇ ਸਿਰਫ 75,000 ਤੋਂ ਲੈ ਕੇ 80,000 ਕਰੋੜ ਸੀ। ਪਰ ਜਦੋਂ ਇਹ ਗਏ ਹੈ, ਉਦੋਂ ਕਰਜ਼ਾ ਪੰਜਾਬ ਸਿਰ 1,85,000 ਕਰੋੜ ਤੋਂ ਵੀ ਜ਼ਿਆਦਾ ਸੀ, ਤਕਰੀਬਨ 2 ਲੱਖ ਕਰੋੜ ਰੁਪਈਆ। ਤੇ ਉਸ ਤੋਂ ਬਾਅਦ ਲੱਖ ਸਵਾ ਲੱਖ ਕਰੋੜ ਰੁਪਈਆ ਕੈਪਟਨ ਸਰਕਾਰ ਨੇ ਚੜਾਤਾ। ਇਸ ਵੇਲੇ 3 ਲੱਖ ਕਰੋੜ ਰੁਪਈਆ ਪੰਜਾਬ ਦੇ ਸਿਰ ਜਿਹੜਾ ਉਹ ਕਰਜ਼ਾ ਹੈ। ਤਾਂ ਲੱਖ ਕਰੋੜ ਰੁਪਈਆ ਕਰਜ਼ਾ ਜਿਹੜਾ ਵਧਿਆ ਉਹ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵਧਿਆ। ਹੁਣ ਸੁਖਬੀਰ ਸਿੰਘ ਬਾਦਲ ਇਹ ਜ਼ਰੂਰ ਦੱਸੇ, ਪ੍ਰਕਾਸ਼ ਬਾਦਲ ਇਹ ਜ਼ਰੂਰ ਦੱਸਣ ਲੋਕਾਂ ਨੂੰ ਕਿ ਉਸ ਲਏ ਕਰਜ਼ੇ ਨਾਲ ਪੰਜਾਬ ਦੇ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ, ਕਿੱਥੇ ਕਿੱਥੇ ਪੰਜਾਬ ਦੀ ਰੋਡਵੇਜ਼ ਦੀਆਂ ਧੁੰਮਾਂ ਪਈਆਂ, ਕਿੱਥੇ ਕਿੱਥੇ ਕਿਹੜੇ ਕਿਹੜੇ ਥਾਈਂ ਪੰਜਾਬ ਦੇ ਵਿੱਚ ਜਨਤਕ ਚੈਨਲ ਲੱਗੇ ਜਾਂ ਟੀਵੀ ਚੈਨਲ ਆਏ ਹੋਰ, ਜਾਂ ਹੋਰ ਕਿਹੜੀ ਇੰਡਸਟਰੀ ਨੂੰ ਹੁਲਾਰਾ ਮਿਲਿਆ। ਸੋ ਸਾਰਾ ਕੁਝ ਤਾਂ ਅਸੀਂ ਨਿੱਜੀਕਰਨ ਕਰ ਲਿਆ, ਸਾਰੇ ਘਰ ਤਾਂ ਭਰ ਲਏ। ਹੁਣ ਘਰ ਅਹੁਦਿਆਂ ਨਾਲ ਤਾਂ ਭਰੇ ਜਾ ਸਕਦੇ ਆ, ਪਰ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨਾ। ਸੋ ਵੋਟਾਂ ਫਿਰ ਲੋਕਾਂ ਨੇ ਪਾਤੀਆਂ। ਲੋਕ ਕਹਿੰਦੇ ਤੁਸੀਂ 92 93 97 ਕਹਿੰਦੇ ਹੁੰਦੇ ਸੀ, ਤਿੰਨਾਂ ਨਾਲ ਸਾਰ ਕੇ ਵੇਖੋ। ਅਕਾਲੀ ਦਲ ਨੂੰ ਬਹੁਤ ਵੱਡਾ ਮੈਂਡੇਟ ਮਿਲਿਆ, ਆਮ ਆਦਮੀ ਪਾਰਟੀ ਨੂੰ ਵੀ ਵੱਡਾ ਮੈਂਡੇਟ ਨਹੀਂ ਮਿਲਿਆ ਪੰਜਾਬ ਦੇ ਇਤਿਹਾਸ ਦੇ ਵਿੱਚ। ਅਕਾਲੀ ਦਲ ਕੋਲੇ 97 ਸੀਟਾਂ, ਅਕਾਲੀ ਦਲ ਦਾਅਵਾ ਕਰਦਾ ਕਿ ਸਾਡੇ ਕੋਲੇ ਕਦੇ 93 94 ਸੀਟਾਂ ਆਈਆਂ ਸਨ ਅਕਾਲੀ ਦਲ ਨੂੰ 97 ਦੇ ਇਲੈਕਸ਼ਨ ਦੇ ਵਿੱਚ, ਤੇ ਆਮ ਆਦਮੀ ਪਾਰਟੀ ਕੋਲੇ 92 ਸੀਟਾਂ। ਤੁਸੀਂ ਦੇਖੋ ਕਿੱਡੀ ਲਹਿਰ ਹੋਏਗੀ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਉਸ ਸਮੇਂ। ਤੇ ਇਹ ਸਭ ਵਾਪਰਿਆ ਸੀ 1997 ਦੇ ਇਲੈਕਸ਼ਨ ਦੇ ਵਿੱਚ। ਉਸ ਤੋਂ ਪਹਿਲਾਂ ਬੇਅੰਤ ਤੇ ਬੁੱਚੜ ਨੂੰ ਆਪਾਂ ਦੇਖਿਆ 95 ਦੇ ਵਿੱਚ ਸੋਧਾ ਲੱਗਦਾ, ਤੇ ਉਸ ਤੋਂ ਪਹਿਲਾਂ ਅਕਾਲੀ ਦਲ ਦਾ ਬਾਈਕਾਟ ਸੀਗਾ। ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਵੀ ਬਾਈਕਾਟ ਨਹੀਂ ਕੀਤਾ ਸੀਗਾ। ਖੈਰ, ਆਪਾਂ ਅੱਗੇ ਵਧੀਏ ਤੇ ਗੱਲ ਕਰੀਏ ਪੰਜਾਬ ਦੀ। ਪੰਜਾਬ ਜਿਹਦੇ ਕਰਕੇ ਸਾਡਾ ਨਾਂ ਪਿਆ ਆਬ ਪਾਣੀ ਤੋਂ, ਤੇ ਇਸ ਵੇਲੇ ਪੰਜਾਬ ਦੇ ਵਿੱਚ ਧਰਤੀ ਹੇਠਲਾ ਪਾਣੀ ਇੰਨਾ ਕੁ ਡੂੰਘਾ ਚਲਾ ਗਿਆ ਕਿ ਕਿਸਾਨਾਂ ਨੂੰ ਖੇਤੀ ਮੋਟਰਾਂ ਦੇ ਲੋਡ ਵਧਾਉਣੇ ਪੈ ਰਹੇ ਨੇ। ਕਰੀਬ ਦਰਜਨ ਜ਼ਿਲ੍ਹਿਆਂ ਦੇ ਵਿੱਚ ਸਥਿਤੀ ਨਾਜ਼ੁਕ ਮੋੜ ਤੇ ਪੁੱਜ ਗਈ ਹੈ, ਜਿੱਥੇ ਪਾਣੀ ਡੂੰਘਾ ਜਾਣ ਕਰਕੇ ਕਿਸਾਨਾਂ ਨੂੰ ਭਾਰੀ ਖਰਚੇ ਕਰਨੇ ਪੈ ਰਹੇ ਨੇ। ਪਾਵਰਕੌਮ ਦੇ ਜਿਹੜੇ ਤਾਜ਼ਾ ਵੇਰਵੇ ਨੇ ਉਹਨਾਂ ਦੇ ਮੁਤਾਬਕ ਲੰਘੇ 4.5 ਮਹੀਨਿਆਂ ਦੇ ਵਿੱਚ ਪੰਜਾਬ ਦੇ 1,84,000 ਕਿਸਾਨਾਂ ਨੇ ਖੇਤੀ ਮੋਟਰਾਂ ਦਾ ਲੋਡ ਵਧਾਇਆ, ਤੇ ਇਸ ਮੋਟਰਾਂ ਦੇ ਲੋਡ ਦੇ ਵਿੱਚ 7,49,000 ਲੱਖ ਬ੍ਰੇਕ ਹਾਰਸ ਪਾਵਰ ਦਾ ਵਾਧਾ ਹੋਇਆ, ਜਿਹਨੂੰ ਅਸੀਂ BHP ਕਹਿ ਦਿੰਦੇ ਹਾਂ। ਸੋ ਹੁਣ 7 ਜ਼ਿਲ੍ਹੇ ਆ ਪੰਜਾਬ ਦੇ ਜਿੱਥੇ ਇਹਨਾਂ ਮੋਟਰਾਂ ਦਾ ਜਿਹੜਾ ਲੋਡ ਵਧਾਇਆ ਗਿਆ, ਤੇ ਪੰਜਾਬ ਦੇ ਵਿੱਚ 14 ਲੱਖ ਖੇਤੀ ਮੋਟਰਾਂ ਨੇ, ਤੇ 200 ਕਰੋੜ ਦੀ ਜਿਹੜੀ ਹੈ ਉਹ ਸਬਸਿਡੀ ਮਿਲਦੀ ਹੈ ਪੰਜਾਬ ਸਰਕਾਰ ਨੂੰ ਰਾਹਤ ਲਈ। ਐਕਟੀ ਪਾਵਰਕੌਮ ਨੂੰ 202 ਕਰੋੜ ਸਬਸਿਡੀ ਦੇ ਜਿਹੜੇ ਲੋਡ ਵਧਾਉਣ ਦੇ ਲਈ ਪਾਵਰਕੌਮ ਨੂੰ ਤਾਰਨੇ ਪਏ ਨੇ, ਕਿਸਾਨਾਂ ਨੇ ਤਾਰੇ ਨੇ। ਸੋ ਇਸ ਵੇਲੇ ਦੱਖਣੀ ਜ਼ੋਨ ਦੇ ਕਿਸਾਨਾਂ ਨੇ 47 ਲੱਖ ਕਰੋੜ ਰੁਪਏ, ਤੇ ਸਰਹੱਦੀ ਜ਼ੋਨ ਦੇ ਕਿਸਾਨਾਂ ਨੇ ਲੋੜ ਵਾਧੇ ਲਈ
32 ਕਰੋੜ ਰੁਪਈਆ 47 ਕਰੋੜ 74 ਲੱਖ ਹੈ, ਮਾਫ ਕਰਨਾ, ਤੇ ਦੂਜੇ ਪਾਸੇ 32 ਕਰੋੜ ਰੁਪਈਆ ਭਰਿਆ। ਪੱਛਮੀ ਜ਼ੋਨ ਦੇ ਵਿੱਚ 60 ਕਰੋੜ ਰੁਪਈਆ ਭਰਿਆ। ਬਠਿੰਡਾ ਤੇ ਮਾਨਸਾ ਦੇ ਜ਼ਿਲ੍ਹਿਆਂ ਦੇ ਕਿਸਾਨਾਂ ਨੇ 22 ਕਰੋੜ ਰੁਪਈਆ ਜਿਹੜਾ ਉਹ ਭਰਿਆ। ਸਾਡੇ ਕਿਸਾਨਾਂ ਨੂੰ, ਕਿਸਾਨ ਆਗੂਆਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਕਿੰਨਾ ਕੁ ਚਿਰ ਅਸੀਂ MSP ਤੇ ਅੜੇ ਰਹਾਂਗੇ। ਸਾਨੂੰ ਮੰਗ ਇਹ ਕਰਨੀ ਚਾਹੀਦੀ ਹੈ ਕਿ ਪੰਜਾਬ ਨੂੰ ਸਿੰਜਾਈ ਦਾ ਪਾਣੀ ਦਿਓ। ਪੰਜਾਬ ਨੂੰ ਜਿੰਨੀ ਸਿੰਜਾਈ ਚਾਹੀਦੀ ਹੈ ਉਹਦਾ ਨਹਿਰੀ ਪਾਣੀ ਦਾ ਬੰਦੋਬਸਤ ਹੋਣਾ ਚਾਹੀਦਾ। ਨਾਲੋਂ ਨਾਲ ਸਾਡੀਆਂ ਜਿਹੜੀਆਂ ਫਸਲਾਂ ਨੇ, ਦੂਜੀਆਂ ਫਸਲਾਂ ਤੇ ਵੀ MSP ਤੇ ਖਰੀਦ ਦੀ ਗਰੰਟੀ ਹੋਣੀ ਚਾਹੀਦੀ ਹੈ। ਅਸੀਂ ਕਣਕ ਝੋਨਾ ਬੀਜ ਕੇ ਕਮਲੇ ਹੋਏ ਪਏ ਆ। ਝੋਨੇ ਨੇ ਸਾਡੇ ਕੋਲੇ ਛੱਡਿਆ ਕੀ ਹੈ? ਕਿਲੋ ਝੋਨਾ 3000 ਦਾ ਪਾਣੀ ਖਾ ਜਾਂਦਾ। ਜੇ ਲੀਟਰਾਂ ਦੇ ਵਿੱਚ ਕਨਵਰਟ ਕਰਕੇ ਦੇਖਣਾ ਹੋਵੇ ਨਾ, ਜੇ ਕਿਲੋ ਚੌਲ ਪੈਦਾ ਕਰਨੇ ਆ ਤਾਂ 3000 ਰੁਪਈਏ ਦਾ ਪਾਣੀ ਲੱਗ ਜਾਂਦਾ। ਜੇ ਆਪਾਂ 18-20 ਰੁਪਈਆਂ ਦੀ ਉੱਥੇ ਬੋਤਲ ਮਿਲਦੀ ਹੈ ਆਪਣੇ ਪੰਜਾਬ ਦੇ ਵਿੱਚ। ਤਾਂ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਅਸੀਂ ਆਪਣੇ ਇਸ ਬੜੇ ਹੀ ਲੋੜੀਂਦੇ ਤੇ ਬਹੁਤ ਹੀ ਅਤੀ ਜ਼ਰੂਰੀ ਮਸਲੇ ਨੂੰ ਲੈ ਕੇ ਥੋੜ੍ਹੇ ਜਿਹੇ ਡਿਰੇਲ ਹੋਏ ਪਏ ਹਾਂ। ਸਾਨੂੰ ਇਹ ਸਮਝਣਾ ਪੈਣਾ ਕਿ ਕਿੰਨਾ ਚਿਰ ਅਸੀਂ ਕਹਾਂਗੇ ਕਿ ਸਾਨੂੰ ਝੋਨੇ ਦਾ ਆਹ ਮੁੱਲ ਚਾਹੀਦਾ। ਸੋ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ, ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੁਹਾਨੂੰ ਦੇਣਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ, ਖਬਰਾਂ ਬਾਰੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।